ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ ਸਾਬਿਦ ਤੁਮ ਹਰ ਜਾਣਹੁ ਆਪੇ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ। ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਧੰਨ ਧੰਨ ਗੁਰੂ ਧੰਨ ਧੰਨ ਗੁਰੂ ਨਾਨਕ ਜਨ ਕੇਰਾ। ਜਿਤ ਮਿਲਿਆ ਚੂਕੇ ਸਭ ਸੋਖ ਸੰਤਾਪੇ। ਬੇਸ਼ੁਮਾਰ ਅਥਾਹ ਅਗਨਤ ਅਤੁਲੈ। ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਗੁਰ ਨਾਨਕ ਪਦ ਪੰਕਜ ਮੰਦਨ ਪਦ ਪੰਕਜ ਮੰਦਨ। ਸਿਮਰਉ ਅੰਗਦ ਦੁਖ ਨਿਕੰਦਨ। ਗੁਰ ਅਮਰ ਦਾਸ ਹਿਰਦੈ ਨਿਤ ਧਿਆਵੋ। ਹਿਰਦੈ ਨਿਤ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ। ਬਿਘਨਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ। ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ
ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਜਾ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਇ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਇ। ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਦ ਵਿਸਾਲ ਮਸ ਭੀਜਤ ਅਨਨਉ। ਜਹ ਸਮਾਨ ਤਨ ਨਾਹਿ ਨ ਅਨਨਉ। ਦੇਖ ਪ੍ਰਸੰਨ ਭਈ ਗੁਰ ਸਾਈ। ਮਨਹਿ ਬਲੀ ਯੋਧਾ ਰਣ ਥਾਈ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਸਰਬ ਕਲਾ ਭਰਪੂਰ ਸਰਬੇ ਕਾਇਨਾਤ ਦੇ ਪ੍ਰਤਪਾਲਕ ਗਿਆਨ ਦੇ ਅਗੰਮੀ ਭੰਡਾਰ ਸਭ ਦੁਖਨ ਕੋ ਹੰਤਾ ਸਭ ਸੁਖਨ ਕੋ ਦਾਤਾ। ਗੁਰਤਾ ਗੱਦੀ ਤੇ ਸੁਭਾਇਮਾਨ ਧੰਨ 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 ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀਓ ਕੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਧੰਨ 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 ਸਾਹਿਬ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀਓ ਕੀ ਜੋਤ ਦੇ 8ਵੇਂ ਵਾਰਸ। ਧੰਨ 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 ਸਾਹਿਬ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਪਾਤਸ਼ਾਹ ਜੀਓ ਕੇ ਪਾਵਨ ਪਵਿੱਤਰ ਇਤਿਹਾਸਿਕ ਅਸਥਾਨ ਗੁਰਦੁਆਰਾ ਸ਼੍ਰੀ ਪੰਜੋਖੜਾ ਸਾਹਿਬ ਅੰਬਾਲਾ ਵਿਖੇ ਰੋਜ਼ਾਨਾ ਦੀ ਤਰ੍ਹਾਂ ਅੱਜ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਵਿੱਚ ਆਪ ਸਮੂਹ ਸੰਗਤ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਗੁਰਬਾਣੀ ਕੀਰਤਨ ਦਾ ਰਸ ਲਾਹਾ ਆਨੰਦ ਆਪ ਜੀ ਨੇ ਪ੍ਰਾਪਤ ਕੀਤਾ ਹੈ। ਸਮਾਂ ਹੋਇਆ ਹੈ ਗੁਰ ਇਤਿਹਾਸ ਦੀਆਂ ਲੜੀਵਾਰ ਵਿਚਾਰਾਂ ਨਾਲ ਜੁੜਨ ਦਾ। ਆਪ ਜਿਤਨੇ ਸਰੀਰ ਗੁਰੂ ਕੀ ਹਜ਼ੂਰੀ ਵਿੱਚ ਆ ਬੈਠੇ ਹੋ, ਆਓ ਮਨ ਕਰਕੇ ਵੀ ਗੁਰੂ ਚਰਨਾਂ ਵਿੱਚ ਹਾਜ਼ਰ ਹੋਈਏ। ਲੜੀਵਾਰ ਗੁਰ ਇਤਿਹਾਸਿਕ ਵਿਚਾਰ ਨਾਲ ਜੁੜਨਾ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਗੁਰੂ ਬਖਸ਼ੀ ਫਤਿਹ ਨਾਲ ਸਾਂਝ ਪਾਓ। ਸਾਰੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਦ ਵਿਸਾਲ ਮਸ ਭੀਜਤ ਅਨਨੋ। ਜੈ ਸਮਾਨ ਤਨ ਨਾਹਿ ਨਾ ਅਨਨੋ। ਆਪ ਸਮੂਹ ਸੰਗਤ
ਇਸ ਪਵਿੱਤਰ ਪਾਵਨ ਸਥਾਨ ਦੀਆਂ ਹਾਜ਼ਰੀਆਂ ਭਰ ਰਹੇ ਹੋ, ਜੋ ਗੁਰ ਇਤਿਹਾਸ ਦੀਆਂ ਲੜੀਵਾਰ ਵਿਚਾਰਾਂ ਦਾ ਪ੍ਰਸੰਗ ਚੱਲ ਰਿਹਾ ਹੈ। ਅੱਜ ਦੇ ਪ੍ਰਸੰਗ ਦੀ ਸ਼ੁਰੂਆਤ ਕਰਨ ਲੱਗੇ ਹਾਂ। ਧੰਨ ਸਾਹਿਬ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਜੀ, ਜਿਨ੍ਹਾਂ ਨੇ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨ ਕਰਕੇ ਸਿੱਖ ਨੂੰ ਰਾਜਨੀਤਿਕ ਅਤੇ ਧਾਰਮਿਕ ਦੋਹਾਂ ਵਿਸ਼ਿਆਂ ਦੇ ਵਿੱਚ ਨਿਪੁੰਨ ਬਣਾਇਆ ਹੈ। ਸਤਿਗੁਰੂ ਦੀ ਸੈਨਾ ਦੇ ਵਿੱਚ ਅਨੇਕਾਂ ਯੋਧੇ ਸੂਰਮੇ ਸ਼ਾਮਲ ਹੋਣ ਲੱਗੇ ਹਨ, ਜਿਨ੍ਹਾਂ ਵਿੱਚੋਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਅੱਜ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਥਾਨ 'ਤੇ ਆਏ ਨੇ, ਤੇ ਪੈਂਦੇ ਖਾਂ ਜਿਸ ਦੇ ਸਰੀਰ ਦਾ, ਜਿਸ ਦੀ ਤਾਕਤ ਦਾ, ਜਿਸ ਦੇ ਪਰਾਕਰਮ ਦਾ, ਬਲ ਦਾ ਨਿਰੀਖਣ ਕਰ ਰਹੇ ਹਨ, ਜਿਹੜਾ ਕੁਝ ਕੁ ਸਮਾਂ ਪਹਿਲਾਂ ਹੀ ਸਤਿਗੁਰੂ ਦੀ ਫੌਜ ਵਿੱਚ ਭਰਤੀ ਹੋਇਆ। ਸਤਿਗੁਰੂ ਨੇ ਚੰਗੀ ਖੁਰਾਕ ਦਾ ਪ੍ਰਬੰਧ ਉਸ ਵਾਸਤੇ ਕਰਵਾਇਆ ਹੈ, ਹੋਰ ਸਰੀਰਕ ਤਾਕਤ ਵਧਾਉਣ ਵਾਸਤੇ ਕਸਰਤਾਂ ਅਭਿਆਸ ਕਰਨ ਵਾਸਤੇ ਹਿਦਾਇਤ ਕੀਤੀ ਹੈ। ਤੇ ਅੱਜ ਕੁਝ ਸਮੇਂ ਬਾਅਦ ਇਸ ਪੈਂਦੇ ਖਾਂ ਨੂੰ ਸਤਿਗੁਰੂ ਜੀ ਤੱਕਦੇ ਹਨ ਤੇ ਵੇਖਦੇ ਹਨ ਵੀ ਇਹਦਾ ਸਰੀਰ ਪਹਿਲਾਂ ਦੇ ਨਾਲੋਂ ਜਿਹੜਾ ਹੈ ਉਹ ਹੋਰ ਤਾਕਤਵਰ ਹੋਈ ਜਾ ਰਿਹਾ ਹੈ, ਬਲੀ ਹੋ ਰਿਹਾ ਹੈ। ਤੇ ਅੱਜ ਕਵੀ ਸੰਤੋਖ ਸਿੰਘ ਸ਼ੁਰੂਆਤ ਕਰਦੇ ਨੇ, ਇਸ ਪੈਂਦੇ ਖਾਂ ਦੇ ਕੱਦ ਦੀ ਗੱਲ ਕਰਦੇ ਨੇ। ਕਹਿੰਦੇ ਵੀ ਇਸ ਦਾ ਕੱਦ ਬੜਾ ਉੱਚਾ ਲੰਮਾ ਹੈ, ਸਰੀਰ ਤੇ ਭਰ ਜਵਾਨੀ ਜਿਹੜੀ ਹੈ ਉਹ ਆ ਰਹੀ ਹੈ, ਤੇ ਭਰ ਜਵਾਨੀ ਵਿੱਚ ਇਸ ਦੇ ਚਿਹਰੇ ਦੇ ਉੱਤੇ ਮੁੱਛਾਂ ਫੁੱਟ ਰਹੀਆਂ ਨੇ, ਦਾੜੀ ਫੁੱਟ ਰਹੀ ਹੈ। ਤੋ ਇੱਥੋਂ ਅੱਗੇ ਜਿਹੜਾ ਹੈ ਕਵੀ ਜੀ ਲਿਖਦੇ ਨੇ ਵੀ ਇਸ ਦੀ ਬਰਾਬਰੀ ਦਾ ਸਤਿਗੁਰੂ ਜੀ ਵੇਖਦੇ ਨੇ ਵੀ ਕੋਈ ਹੋਰ ਦੂਜਾ ਸੂਰਮਾ ਕੋ ਪਹਿਲਵਾਨ ਨਜ਼ਰ ਨਹੀਂ ਆ ਰਿਹਾ। ਤੋ ਕਵੀ ਸੰਤੋਖ ਸਿੰਘ ਨੇ ਪੈਂਦੇ ਖਾਂ ਬਾਰੇ ਅੱਗੇ ਜਿਹੜਾ ਪ੍ਰਸੰਗ ਵਿੱਚ ਲਿਖਿਆ ਉਸ ਨੂੰ ਸਰਵਣ ਕਰੀਏ ਜੀ। ਦੇਖ ਪ੍ਰਸੰਨ ਭਏ ਗੁਰ ਸਾਈਂ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਜੀ ਪੈਂਦੇ ਖਾਂ ਦੇ ਇਸ ਸੁਡੋਲ ਤਾਕਤਵਰ ਸਰੀਰ ਨੂੰ ਵੇਖ ਕਰਕੇ ਬਹੁਤ ਪ੍ਰਸੰਨ ਹੋਏ ਹਨ। ਬਨਹਿ ਬਲੀ ਜੋ ਤਾਰਨ ਥਾਈ। ਤੇ ਸਤਿਗੁਰੂ ਨੇ ਆਪਣੇ ਮੁਖਾਰਬਿੰਦ ਤੋਂ ਬਚਨ ਉਚਾਰਨ ਕੀਤਾ ਹੈ ਕਿ ਇਹ ਆਉਣ ਵਾਲੇ ਸਮੇਂ ਵਿੱਚ ਬਲੀ ਬਲਵਾਨ ਯੋਧਾ ਬਣੇਗਾ। ਆਯੁਧਾ ਵਿਦਿਆ ਸਿੱਖਿਆ ਹੇਤ। ਹੁਣ ਆਯੁਧ ਜੰਗ ਕਰਨਾ, ਯੁੱਧ ਕਰਨਾ, ਇਸ ਦੀ ਵਿਦਿਆ ਲਈ ਬੋਲੇ ਸ਼੍ਰੀ ਸੋਢੀ ਕੁਲ ਹੇਤਾ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪਣੇ ਪਹਿਲਾਂ ਵਾਲੇ ਸੈਨਿਕਾਂ ਯੋਧਿਆਂ ਨੂੰ ਆਖਿਆ ਹੈ ਕਿ ਇਸ ਨੂੰ ਯੁੱਧ ਵਿਦਿਆ ਦਾ ਅਭਿਆਸ ਵੀ ਕਰਵਾਵੋ। ਅਬ ਤੂੰ ਵਰਜਸ ਕਰਹੋ ਸਦਾਈ। ਫਿਰ ਆਖਣ ਲੱਗੇ ਨੇ ਵੀ ਹੁਣ ਸਰੀਰ ਦੀ ਵੱਡੀ ਭਾਰੀ ਕਸਰਤ ਕਰਿਆ ਕਰ। ਦਿਨ ਮੈਂ ਦੋਏ ਸਮੈ ਦ੍ਰਿੜਤਾਈ। ਦਿਨ ਵਿੱਚ 2 ਸਮੇਂ ਕਸਰਤ ਕਰਿਆ ਕਰ। ਜਿਵੇਂ ਫਿਰ ਸੰਧਿਆ ਵੇਲੇ ਸੋਦਰ ਦੀ ਬਾਣੀ ਦੇ ਪਾਠ ਕਰਨ ਦੀ ਨਿਯਮਾਵਲੀ, ਨਿਤ ਦਾ ਨੇਮ ਬਖਸ਼ਿਆ, ਤੇ ਇੱਕ ਰਾਤ ਨੂੰ ਸੌਣ ਤੋਂ ਪਹਿਲਾਂ ਸੋਲ੍ਹਾ ਸਾਹਿਬ ਦੀ ਬਾਣੀ ਪੜ੍ਹਨੀ ਹੈ। ਇਹ ਨੇਮ ਜਿਹੜਾ ਹੈ ਉਹ ਸਤਿਗੁਰੂ ਜੀ ਦੇ ਸਮੇਂ ਤੋਂ ਬੱਝਿਆ ਹੈ। ਪੰਥ ਨੇ ਇਸ ਨੂੰ ਪ੍ਰਵਾਨਿਤ ਕਰਕੇ ਸਿੱਖ ਦੀ ਸ਼ਖਸੀਅਤ ਦੀ ਉਸਾਰੀ ਵਾਸਤੇ ਤੇ ਗੁਰੂ ਕੇ ਇਸ ਬਚਨ ਨੂੰ ਜਿਹੜਾ ਹੈ ਉਹ ਕਮਾਵਣ ਵਾਸਤੇ ਇਹ ਨੇਮਾਵਲੀ ਬਣਾਈ ਹੈ ਇੱਕ ਸਿੱਖ ਵਾਸਤੇ। ਤੇ ਇਵੇਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਖਦੇ ਨੇ ਇਸ ਪੈਂਦੇ ਖਾਂ ਨੂੰ ਵੀ ਤੂੰ 2 ਸਮੇਂ ਕਸਰਤ ਕਰਿਆ ਕਰ, 2 ਸਮੇਂ ਅਭਿਆਸ ਆਪਣਾ ਸਰੀਰ ਦਾ ਕਰਿਆ ਕਰ। ਗੁਰੂ ਹੁਕਮ ਕੋ ਪਾਏ ਪਠਾਨ। ਸਤਿਗੁਰੂ ਦੇ ਹੁਕਮ ਦੇ ਸਦਕਾ ਇਹ ਪਠਾਨ ਜੋ ਪੈਂਦੇ ਖਾਂ ਹੈ
ਉਹਦੇ ਨਾਲ ਹੋਰ ਜਿਹੜੇ ਉਸ ਦੇ ਯੋਧੇ ਨੇ, ਬਲਵਾਨ ਤਾਕਤਵਰ ਪਠਾਨ ਹਨ, ਉਹਨਾਂ ਨੂੰ ਆਖਿਆ ਵੀ ਇਹਨੂੰ ਯੁੱਧ ਦਾ 2 ਸਮੇਂ ਅਭਿਆਸ ਕਰਵਾਇਆ ਕਰੋ। ਦ્વੈ ਮਣ ਕੀ ਮੁੰਗਰੀ ਧਰਤ ਪਾਨ, 2 ਮਣ ਭਾਰੀ ਇੱਕ ਮੂੰਗਲੀ ਇਹਨੂੰ ਦੇਤੀ ਹੈ ਫੇਰਨ ਵਾਸਤੇ, ਜੋ ਸਰੀਰਕ ਤਾਕਤ ਵਧਾਉਣ ਵਾਸਤੇ ਹੈ, ਕਸਰਤ ਕਰਨ ਵਾਸਤੇ ਹੈ। ਪੁਰਾਤਨ ਪੰਜਾਬ ਅੰਦਰ ਇਹਨਾਂ ਮੂੰਗਲੀਆਂ ਫੇਰਨ ਦੀ ਇੱਕ ਖੇਡ ਵੀ ਸੀ, ਜਿਹੜੀ ਅੱਜ ਕੱਲ੍ਹ ਅਲੋਪ ਹੁੰਦੀ ਜਾ ਰਹੀ ਹੈ। ਅੱਜ ਕੱਲ੍ਹ ਤੇ ਬੱਚਿਆਂ ਕੋਲ ਸਰੀਰਕ ਸਾਰੀਆਂ ਖੇਡਾਂ ਹੀ ਖਤਮ ਹੁੰਦੀਆਂ ਜਾ ਰਹੀਆਂ ਨੇ। ਮੋਬਾਈਲ ਫੋਨ ਨੇ ਸਾਰਾ ਬੇੜਾ ਹੀ ਗਰਕ ਕਰ ਦਿੱਤਾ ਹੈ। ਹੁਣ ਸਿਰਫ ਇਹਨਾਂ ਦੀ ਜਿਹੜੀ ਕਸਰਤ ਹੁੰਦੀ ਹੈ ਕੇਵਲ ਗੱਲਾਂ ਉਂਗਲੀਆਂ ਦੀ ਹੁੰਦੀ ਹੈ, ਅਤੇ ਉਹ ਵੀ ਮੋਬਾਈਲ ਫੋਨ 'ਤੇ ਹੁੰਦੀ ਹੈ। ਸਰੀਰਕ ਤੌਰ 'ਤੇ ਖੇਡਾਂ ਦਾ ਅਭਿਆਸ ਜਿਹੜਾ ਹੈ ਬਹੁਤ ਘੱਟ ਪੈਂਦਾ ਜਾ ਰਿਹਾ ਹੈ। ਤੋਂ ਪਹਿਲੇ ਸਮਿਆਂ ਅੰਦਰ ਇਹ ਸਰੀਰਕ ਅਭਿਆਸ ਵਾਸਤੇ ਮੂੰਗਲੀਆਂ ਫੇਰਨਾ ਇਹ ਪੰਜਾਬ ਦੀਆਂ ਖੇਡਾਂ ਦੇ ਵਿੱਚ ਵੀ ਸੀ। ਤੋ ਖੈਰ ਇੱਥੇ ਕਵੀ ਸੰਤੋਖ ਸਿੰਘ ਲਿਖਦੇ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਜਿਹੜਾ ਇਸ ਨੂੰ ਬਲੀ ਤਾਕਤਵਰ ਬਣਾਉਣ ਦਾ ਜ਼ਿੰਮਾ ਚੁੱਕਿਆ, ਅਤੇ ਉਹਦੇ ਵਿੱਚ ਇਹਨੂੰ 2 ਮਣ ਭਾਰੀ ਮੂੰਗਲੀ ਫੇਰਨ ਵਾਸਤੇ ਹੁਕਮ ਕੀਤਾ ਹੈ। 4 ਘਰੀ ਫੇਰ ਹੈ ਬਲ ਲਾਇ, ਕਹਿੰਦੇ ਨੇ ਵੀ ਇਹ ਪੂਰਾ ਬਲ ਲਾ ਕਰਕੇ, ਤਾਕਤ ਲਾ ਕਰਕੇ ਇਸ ਨੂੰ ਫੇਰਦਾ ਹੈ। ਧਰਤਨੀ ਪਰ ਲੱਤ ਉਠਾਏ, ਕਦੀ ਇਸ ਨੂੰ ਧਰਤੀ ਤੇ ਰੱਖਦਾ ਤੇ ਕਦੀ ਉਠਾਉਂਦਾ ਹੈ। ਬਾਰ ਬਾਰ ਬਹੁ ਬਾਲੇ ਦ્વੈ ਹੈ, ਇਹਨੂੰ ਵਾਰ-ਵਾਰ ਅਭਿਆਸ ਕਰਦਾ ਹੈ, ਵਾਰ-ਵਾਰ ਘੁਮਾਉਂਦਾ ਹੈ। ਸਿਰ ਪਰ ਆਹਨ ਬ੍ਰਹਮਾਵਨ ਕੈ ਹੈ, ਆਪਣੇ ਸਿਰ ਦੇ ਉੱਤੋਂ ਦੀ ਇਸ ਨੂੰ ਘੁਮਾਉਂਦਾ ਹੈ। ਇਹ ਤੁਤ ਫੇਰ ਹੈ ਊਚ ਸੋ ਨੀਚੇ, ਇੱਧਰ ਉੱਧਰ ਉੱਚੇ ਨੀਚੇ ਭਾਵ ਹਰ ਥਾਂ ਤੇ ਇਹ ਸਰੀਰਕ ਅਭਿਆਸ ਕਰਦਾ ਹੈ। ਬਾਹਾਂ ਦਾ ਅਭਿਆਸ ਇਹਨਾਂ ਮੂੰਗਲੀਆਂ ਨੂੰ ਫੇਰ ਕੇ ਕਰਦਾ ਹੈ। ਕਰਹਿ ਉਛਾਰਨ ਗਹਿ ਅੱਧ ਤੇ ਵਿਚੇ, ਕਦੀ ਇਹਨੂੰ ਉੱਚਾ ਉਛਾਲਦਾ ਹੈ ਤੇ ਅੱਧ ਵਿੱਚੋਂ ਫਿਰ ਫੜ ਲੈਂਦਾ ਹੈ। ਵਧਿਓ ਓਜਾ ਮੁੰਗਰੀ ਪਰਭਾਰੂ, ਇਵੇਂ ਕਹਿੰਦੇ ਨੇ ਵੀ ਹੁਣ ਮੂੰਗਲੀਆਂ ਫੇਰਨ ਦੇ ਨਾਲ ਇਹਦੀ ਤਾਕਤ ਵਧੀ ਹੈ, ਤੇ ਇਹਦੇ ਨਾਲ ਹੁਣ ਇਹ ਮੂੰਗਲੀਆਂ ਦਾ ਭਾਰ ਹੋਰ ਵਧਾਇਆ ਗਿਆ। ਇਹ ਤੁਤ ਬ੍ਰਹਮਤੋ ਜ਼ਿਗਰਤਾ ਧਾਰੂ, ਪਰ ਕਹਿੰਦੇ ਨੇ ਫਿਰ ਵੀ ਓਨੀ ਸ਼ੀਘਰਤਾ ਦੇ ਨਾਲ, ਓਨੀ ਫੁਰਤੀ ਦੇ ਨਾਲ ਭਾਵੇਂ ਭਾਰ ਵਧਾਇਆ ਹੈ, ਤੇ ਫਿਰ ਵੀ ਇਹਨੂੰ ਕੋਈ ਜਿਹੜਾ ਹੈ ਇਸ ਭਾਰ ਦਾ ਬੋਝ ਨਹੀਂ ਜਾਪਦਾ। ਪੁਨ ਗੁਰ ਘਾਟੂ ਜ਼ਿਗਤਾ ਪਰਵਾਏ, ਫਿਰ ਕਹਿੰਦੇ ਨੇ ਵੀ ਸਤਿਗੁਰੂ ਨੇ ਆਖਿਆ ਵੀ ਇੰਜ ਕਰੋ, ਰੇਤ ਦੇ ਘੜੇ ਜਿਹੜੇ ਨੇ ਉਹ ਭਰੇ ਜਾਣ। ਪੈਂਦੇ ਖਾਂ ਕੇ ਦੰਡ ਵਧਾਏ, ਤੇ ਪੈਂਦੇ ਖਾਂ ਜਿਹੜਾ ਡੰਡ ਲਾਉਂਦਾ ਹੈ, ਸਰੀਰਕ ਕਸਰਤ ਕਰਦਾ ਹੈ, ਉਹਦੀ ਗਿਣਤੀ ਵੀ ਵਧਾਈ ਹੈ। ਬਹੁਰ ਬ੍ਰਹਮਾਵਤ ਮੁੰਗਰੀ ਭਾਰੀ, ਫਿਰ ਕਹਿੰਦੇ ਨੇ ਵੀ ਇਹ ਮੂੰਗਲੀਆਂ ਭਾਰੀਆਂ ਫੇਰਦਾ ਹੈ। ਕਰਹਿ ਸਿਗਰਤਾ ਤਿਮ ਕਰਧਾਰੀ, ਪਰ ਪੂਰੀ ਸ਼ੀਘਰਤਾ ਦੇ ਨਾਲ ਜਿੰਨਾ ਵੀ ਭਾਰ ਵਧਾਉਂਦੇ ਨੇ ਓਨੀ ਹੀ ਸ਼ੀਘਰਤਾ ਭਾਵ ਓਨੀ ਫੁਰਤੀ ਨਾਲ ਇਹ ਫੇਰਦਾ ਹੈ। ਬਾਲੇ ਕਰਹਿ ਨਿਕਾਸਨ ਘਨੇ, ਫਿਰ ਕਹਿੰਦੇ ਨੇ ਵੀ ਇਹ ਆਪਣੇ ਬਲ ਨੂੰ ਇਸੇ ਤਰ੍ਹਾਂ ਵਧਾ ਰਿਹਾ ਹੈ। ਹੀਰਤ ਹੋਏ ਪ੍ਰਸੰਨ ਗੁਰ ਭਨੇ, ਸਤਿਗੁਰੂ ਇਸ ਦੀ ਰੋਜ਼ ਬਲ ਨੂੰ, ਸ਼ਕਤੀ ਨੂੰ, ਤਾਕਤ ਨੂੰ ਵੇਖ ਕਰਕੇ ਪ੍ਰਸੰਨ ਹੁੰਦੇ ਨੇ। ਇੱਕ ਤੇ ਗੁਰੂ ਦੀ ਪ੍ਰਸੰਨਤਾ, ਜਿਵੇਂ ਕਵੀ ਸੰਤੋਖ ਸਿੰਘ ਇੱਥੇ ਲਿਖਦੇ ਨੇ ਕਿ ਪੈਂਦੇ ਖਾਂ ਦਾ ਸਰੀਰਕ ਬਲ ਵੱਧਦਾ ਹੈ, ਇਹਨੂੰ ਵੇਖ ਕਰਕੇ ਸਤਿਗੁਰੂ ਪ੍ਰਸੰਨ ਹੁੰਦੇ ਨੇ। ਇੱਕ ਮਨੁੱਖ ਦਾ ਆਤਮਿਕ ਬਲ ਜਿਹੜਾ ਹੈ ਉਹ ਵਧਣਾ ਵੀ ਬੜਾ ਜ਼ਰੂਰੀ ਹੈ। ਕੋਈ ਸਰੀਰਕ ਬਲ ਤੇ ਕਿੰਨਾ ਵੀ ਵਧਾ ਲਵੇ, ਕਿੰਨੀ ਵੀ ਮਿਹਨਤ ਕਰ ਲਵੇ, ਚੰਗਾ ਹੈ, ਕੋਈ ਮਾੜਾ ਨਹੀਂ, ਪਰ ਮਨੁੱਖ ਦਾ ਆਤਮਿਕ ਬਲ ਵੀ ਓਨਾ ਹੀ ਵਧਣਾ ਚਾਹੀਦਾ ਹੈ। ਅੰਤਰ ਆਤਮਾ ਵੀ ਓਨਾ ਹੀ ਬਲਵਾਨ ਹੋਣਾ ਚਾਹੀਦਾ ਹੈ। ਅੱਜ ਸਰੀਰਕ ਤਾਕਤ ਤੇ ਮਨੁੱਖਾਂ ਕੋਲ ਬਹੁਤ ਹੈ, ਪਰ ਆਤਮਿਕ ਬਲ ਜਿਹੜਾ ਹੈ ਬੜਾ ਕਮਜ਼ੋਰ ਹੈ, ਬੜਾ ਨੀਵਾਂ ਹੈ, ਬੜਾ ਹੋਛਾ ਹੈ। ਇਹ ਆਤਮਿਕ ਬਲ ਅੰਦਰ ਹੋਣਾ ਬੜਾ ਜ਼ਰੂਰੀ ਹੈ। ਇਹਦੇ ਬਾਬਤ ਮੈਂ ਇੱਕ ਛੋਟਾ ਜਿਹਾ ਦ੍ਰਿਸ਼ਟਾਂਤ ਇਤਿਹਾਸ ਵਿੱਚੋਂ ਹੀ ਸਾਂਝਾ ਕਰਾਂ। ਇਤਿਹਾਸ ਲਿਖਦਾ ਵੀ ਸਰੀਰਕ ਤੌਰ ਤੇ ਬਲਵਾਨ ਤੇ ਦੁਨੀ ਚੰਦ ਵੀ ਬਹੁਤ ਹੈ। ਬੜੇ ਭਾਰੇ ਉਸਦੇ ਪੱਟ ਨੇ, ਡੌਲੇ ਨੇ, ਛਾਤੀ ਬੜੀ ਭਾਰੀ ਹੈ, ਬਹੁਤ ਵੱਡੀ ਤਾਕਤ ਦਾ ਮਾਲਕ ਹੈ। ਪਰ ਜਦੋਂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਆਖਿਆ
ਕਿ ਮਸਤ ਹਾਥੀ ਦਾ ਮੁਕਾਬਲਾ ਦੁਨੀ ਚੰਦ ਤੂੰ ਕਰਨਾ ਹੈ, ਤੇ ਉਦੋਂ ਉਹ ਜਿਹੜਾ ਹੈ ਇਸ ਗੱਲ ਤੋਂ ਪਿੱਛੇ ਹਟ ਗਿਆ ਵੀ ਮੈਂ ਇੱਕ ਹਾਥੀ ਦਾ ਮੁਕਾਬਲਾ ਕਿਵੇਂ ਕਰਾਂ। ਇਹ ਆਤਮਿਕ ਬਲ ਕਮਜ਼ੋਰ ਦੀ ਨਿਸ਼ਾਨੀ ਹੈ। ਦੂਜੇ ਪਾਸੇ ਭਾਈ ਬਚਿੱਤਰ ਸਿੰਘ ਇਤਿਹਾਸ ਲਿਖਦਾ ਵੀ ਜਿਸ ਦੀ ਸਰੀਰਕ ਤਾਕਤ ਇਸ ਦੁਨੀ ਚੰਦ ਨਾਲੋਂ ਅੱਧੀ ਹੈ, ਪਰ ਉਹਨੇ ਗੁਰੂ ਚਰਨਾਂ ਵਿੱਚ ਬੇਨਤੀ ਕੀਤੀ, ਹੱਥ ਜੋੜੇ ਨੇ, ਤੇ ਉਹਨੇ ਆਖਿਆ ਸਤਿਗੁਰੂ ਜੀ ਦੇ ਤੁਸੀਂ ਮਿਹਰ ਕਰੋ, ਤੁਸੀਂ ਦਇਆ ਕਰੋ, ਤੇ ਇਸ ਇੱਕ ਹਾਥੀ ਦਾ ਕੀ ਮੈਂ ਤੇ 7 ਹਾਥੀਆਂ ਦਾ ਮੁਕਾਬਲਾ ਵੀ ਕਰ ਸਕਦਾ ਹਾਂ। ਇਹ ਹੈ ਉਸ ਦੇ ਆਤਮਿਕ ਬਲ ਦੀ ਗੱਲ ਤੇ ਗੁਰੂ ਦੇ ਬਚਨ ਤੇ ਭਰੋਸੇ ਦੀ ਗੱਲ। ਸਰੀਰਕ ਤਾਕਤ ਦੇ ਨਾਲ ਨਾਲ ਮਨੁੱਖ ਦਾ ਆਤਮਿਕ ਬਲ ਬੜਾ ਬਲਵਾਨ ਹੋਣਾ ਜ਼ਰੂਰੀ ਹੈ, ਉਹਦੀ ਸੋਚ ਉੱਚੀ ਹੋਣੀ ਜ਼ਰੂਰੀ ਹੈ। ਤੇ ਇਹ ਤਦੋਂ ਬਣੇਗੀ ਜਦੋਂ ਸਾਨੂੰ ਗੁਰੂ ਦੇ ਸ਼ਬਦ ਤੇ ਭਰੋਸਾ ਹੋਵੇਗਾ, ਬਾਣੀ ਤੇ ਭਰੋਸਾ ਹੋਵੇਗਾ, ਇਹ ਤਦੋਂ ਬਣੇਗਾ। ਇਹ ਸੋਚ ਦਾ ਪੱਧਰ, ਇਹ ਆਤਮਿਕ ਬਲ ਸਾਡਾ ਉਦੋਂ ਉੱਚਾ ਬਣੇਗਾ। ਤਦੋਂ ਵੀ ਗੁਰੂ ਸਾਹਿਬ ਜੀ ਸਾਡੇ ਤੇ ਪ੍ਰਸੰਨਤਾ ਕਰਨਗੇ ਜਦੋਂ ਉਹ ਆਤਮਿਕ ਬਲ ਵੀ ਸਾਡਾ ਅੰਦਰ ਕਾਇਮ ਰਹੇਗਾ, ਵਧੇਗਾ। ਤੋ ਇਸ ਤਰ੍ਹਾਂ ਸਰੀਰਕ ਬਲ ਜਿਹੜਾ ਇਹ ਵੱਧ ਰਿਹਾ ਹੈ, ਉਹਨੂੰ ਵੇਖ ਕਰਕੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਜੀ ਬਹੁਤ ਪ੍ਰਸੰਨ ਹੁੰਦੇ ਹਨ। ਦਿਨ ਪ੍ਰਤ ਕਰੋ ਬੰਦਾਵਨ ਭਾਰ। ਸਤਿਗੁਰੂ ਨੇ ਆਖਿਆ ਵੀ ਦਿਨ ਪ੍ਰਤੀ ਦਿਨ ਜਿਵੇਂ ਜਿਵੇਂ ਅਭਿਆਸ ਕਰਦਾ ਪੈਂਦੇ ਖਾਂ, ਤਿਵੇਂ ਤਿਵੇਂ ਇਹ ਮੂੰਗਲੀਆਂ ਦਾ ਭਾਰ ਜਿਹੜਾ ਹੈ ਹੋਰ ਵਧਾਇਆ ਜਾਵੇ। ਜਿਉਂ ਜਿਉਂ ਲੇ ਭੁਜ ਦੰਡ ਸਹਾਰ। ਜਿੰਨੀਆਂ ਇਹਦੀਆਂ ਭੁਜਾਵਾਂ ਸਹਾਰ ਸਕਣ ਉਹਨਾਂ ਬਲ ਜਿਹੜਾ ਹੈ ਇਹਦੇ ਤੇ ਪਾਇਆ ਜਾਵੇ। ਬੰਦੇ ਬਾਹੂ ਲਗਟ ਲਟਕੰਤੀ। ਕਹਿੰਦੇ ਨੇ ਵੀ ਇੱਕ ਦਿਨ ਇਸ ਤਰ੍ਹਾਂ ਵੀ ਸਤਿਗੁਰੂ ਨੇ ਕੀਤਾ ਹੈ ਕਿ ਇਹਦੀਆਂ ਦੋਹਾਂ ਬਾਹਾਂ ਦੇ ਨਾਲ 2 ਵਿਅਕਤੀ ਜਿਹੜੇ ਨੇ ਉਹਨਾਂ ਨੂੰ ਲਟਕਾਇਆ ਹੈ, ਭਾਵ ਉਹ ਬਲ ਪਾਉਂਦੇ ਨੇ, ਜ਼ੋਰ ਪਾਉਂਦੇ ਨੇ ਇਹਦੀਆਂ ਬਾਹਾਂ ਦੇ ਉੱਤੇ। ਗੁਰੂਵੀ ਮੁੰਗਰੀ ਬਹੁਰ ਪਰਮੰਤੇ। ਇਸ ਤੋਂ ਇਲਾਵਾ ਕਹਿੰਦੇ ਨੇ ਵੀ ਇਹ ਜਿਹੜਾ ਹੈ ਵੀ ਜਿਵੇਂ ਮੂੰਗਲੀ ਦੇ ਭਾਰ ਵਧਾਏ ਨੇ, ਤੇ ਫਿਰ ਵੀ ਇਹ ਓਨੀ ਹੀ ਤੇਜ਼ੀ ਨਾਲ, ਓਨੀ ਸ਼ੀਘਰਤਾ ਦੇ ਨਾਲ ਇਸ ਨੂੰ ਫੇਰ ਰਿਹਾ ਹੈ। ਕੇਤਕ ਦਿਵਸ ਕਰਤ ਇਮ ਰਹਿਓ। ਕਿੰਨੇ ਦਿਨ ਇਸੇ ਤਰ੍ਹਾਂ ਇਹ ਨਿੱਜੀ ਅਭਿਆਸ, ਸਰੀਰਕ ਅਭਿਆਸ ਕਰਦਾ ਰਿਹਾ। ਦੇਖ ਹਮੇ ਸ੍ਰੀ ਗੁਰ ਤਬ ਕਹਿਓ। ਫਿਰ ਕਹਿੰਦੇ ਨੇ ਵੀ ਇਹਨੂੰ ਵੇਖ ਕਰਕੇ ਸਤਿਗੁਰੂ ਜੀ ਨੇ ਬਚਨ ਉਚਾਰਨ ਕੀਤੇ। ਅਬ ਦਵੈ ਮਲ ਬਲੀ ਜੇ ਅਹੈ। ਹੁਣ ਕਹਿੰਦੇ ਨੇ ਵੀ ਇੱਥੇ 2 ਮਲ, 2 ਬਲੀ ਬਲਵਾਨ, ਇਹ ਪਹਿਲਵਾਨ ਜਿਹੜੇ ਨੇ ਜੇ ਇੱਥੇ ਹਨ। ਦੋਨੋਂ ਭੁਜ ਦੰਡਨ ਕੋ ਗਹਿ। ਦੋਵੇਂ ਜਿਹੜੇ ਨੇ ਇਹਨੂੰ ਭੁਜਾਵਾਂ ਤੋਂ, ਬਾਹਾਂ ਤੋਂ ਫੜ ਲੈਣ। ਆਗਿਆ ਮਾਨ ਕਰਨ ਲਗ ਅਹੈ। ਕਹਿੰਦੇ ਨੇ ਵੀ ਉੱਥੇ 2 ਬਲੀ ਬਲਵਾਨ ਯੋਧਿਆਂ ਨੇ ਸਤਿਗੁਰੂ ਦੀ ਆਗਿਆ ਮੰਨ ਕਰਕੇ ਇਵੇਂ ਹੀ ਕੀਤਾ। ਆਗਿਆ ਮਾਨ ਕਰਨ ਲਗ ਸੂਈ। ਜਦੋਂ ਆਗਿਆ ਮੰਨੀ ਹੈ ਤੇ ਉਸੇ ਤਰ੍ਹਾਂ ਕੀਤਾ। ਮਲ ਗਹੋਂ ਭੁਜ ਲਟਕਤ ਦੂਈ। ਇਹ ਕਹਿੰਦੇ ਨੇ ਵੀ ਮਲ ਜਿਹੜੇ ਨੇ ਇਹ ਉਹਦੀਆਂ ਦੋਹਾਂ ਭੁਜਾਵਾਂ ਨੂੰ ਫੜ ਕੇ ਲਟਕ ਗਏ। ਤੋ ਮੁੰਗਰੀ ਤਥਾ ਭਰਮਾਵੈ। ਉਧਰ ਕਹਿੰਦੇ ਨੇ ਵੀ ਇਹ ਆਪਣੀਆਂ ਬਾਹਾਂ ਦੇ ਨਾਲ ਮੂੰਗਲੀਆਂ ਉਵੇਂ ਹੀ ਫੇਰ ਰਿਹਾ ਹੈ। ਕਰਹਿ ਸਿਗਰਤਾ ਬਲ ਅਜ਼ਮਾਵੈ। ਉਹਦੇ ਬਲ ਨੂੰ ਸਤਿਗੁਰੂ ਜੀ ਅਜ਼ਮਾਉਂਦੇ ਹਨ। ਹੇਰ ਹੇਰ ਬਿਸਮੈ ਨਰ ਸਾਰੇ। ਲੋਕ ਜਿਹੜੇ ਨੇ ਵੇਖ ਵੇਖ ਕਰਕੇ ਬੜੇ ਹੀ ਹੈਰਾਨ ਹੋ ਰਹੇ ਹਨ। ਇਸਕੇ ਸਮ ਔਰ ਨਾ ਬਲ ਭਾਰੇ। ਤੇ ਆਖਦੇ ਨੇ ਵੀ ਇਸ ਦੀ ਬਰਾਬਰੀ ਦਾ ਹੋਰ ਕੋਈ ਬਲਵਾਨ ਯੋਧਾ ਨਹੀਂ ਹੈ। ਦੋਨੋਂ ਕਾਲ ਦੰਡ ਕੋ ਪੇਲੇ। ਕਹਿੰਦੇ ਨੇ ਵੀ ਦੋਵੇਂ ਸਮੇਂ ਇਸ ਤਰ੍ਹਾਂ ਇਹ ਅਭਿਆਸ ਕਰ ਰਿਹਾ ਹੈ। ਸਭ ਤਨ ਭਾਰ ਹਾਥ ਪਰ ਮੇਲੇ। ਆਪਣੇ ਤਨ ਤੇ ਸਰੀਰ ਉੱਤੇ ਵੱਡਾ ਭਾਰ ਚੁੱਕਦਾ ਹੈ। ਇੱਕ ਇੱਕ ਕਰ ਪਰ ਥਿਰ ਹੋਏ ਜਾਏ। ਫਿਰ ਕਹਿੰਦੇ ਨੇ ਵੀ ਕਦੀ ਕਦੀ ਇਹ ਇਸ ਤਰ੍ਹਾਂ ਵੀ ਅਭਿਆਸ ਕਰਦਾ ਹੈ ਵੀ ਦੋਹੇ ਹੱਥ ਜਿਹੜੇ ਨੇ ਉਹ ਧਰਤੀ ਤੇ ਧਰ ਲੈਂਦਾ ਤੇ ਆਪਣੇ ਸਰੀਰ ਦਾ ਪੂਰਾ ਭਾਰ ਇਹਨਾਂ ਬਾਹਾਂ ਤੇ ਕਰ ਲੈਂਦਾ। ਤੇ ਕਦੀ ਇਸ ਤਰ੍ਹਾਂ ਵੀ ਅਭਿਆਸ ਕਰਦਾ ਵੀ ਆਪਣੇ ਇੱਕ ਇੱਕ ਹੱਥ ਦੇ ਉੱਤੇ ਸਰੀਰ ਦਾ ਸਾਰਾ ਭਾਰ ਟਿਕਾ ਲੈਂਦਾ ਹੈ। ਦਿਨ ਪ੍ਰਤ ਵਧਿਓ ਓਜ ਅਧਿਕਾਇ। ਦਿਨ ਪ੍ਰਤੀ ਦਿਨ ਇਸ ਦਾ ਓਜ ਵੱਧਦਾ ਹੈ। ਓਜ ਕਹਿੰਦੇ ਨੇ ਬਲ ਨੂੰ। ਕਰਤੇ ਅਕਾਲ ਪੁਰਖ ਵਾਹਿਗੁਰੂ ਦਾ ਬਲ ਸਭ ਤੋਂ ਵੱਡਾ ਹੈ।
ਜਿਸ ਨੂੰ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਜਾਪ ਸਾਹਿਬ ਦੀ ਬਾਣੀ ਵਿੱਚ ਲਿਖਿਆ ਹੈ, ਅਮਿਤੋਜ ਕਹੀਜੈ। ਅਮਿਤ ਤੇ ਓਜ ਦੋ ਸ਼ਬਦਾਂ ਦਾ ਜੋੜ। ਮਿੱਤ ਵੀ ਅਮਿਤ ਭਾਵ ਜੋ ਮਿੰਤੀ ਵਿੱਚ ਨਹੀਂ, ਓਜ ਦਾ ਅਰਥ ਹੈ ਬਲ। ਕਰਤੇ ਅਕਾਲ ਪੁਰਖ ਦਾ ਬਲ ਜੋ ਮਿੰਤੀ ਤੋਂ ਪਰੇ ਆ, ਜਿਸ ਨੂੰ ਮਿਣਿਆ ਨਹੀਂ ਜਾ ਸਕਦਾ ਵੀ ਇੰਨਾ ਕੁ ਭਾਰ ਚੁੱਕ ਸਕਦਾ, ਇੰਨਾ ਕੁ ਬਲ ਹੈ। ਤੋ ਇੱਥੇ ਓਜ ਦੇ ਅਰਥ ਜਿਹੜੇ ਨੇ ਉਹ ਕਵੀ ਸੰਤੋਖ ਸਿੰਘ ਲਿਖਦੇ ਨੇ ਕਿ ਦਿਨ ਪ੍ਰਤੀ ਦਿਨ ਇਸ ਦਾ ਓਜ, ਇਸ ਦਾ ਬਲ ਵਧੀ ਹੀ ਜਾ ਰਿਹਾ ਹੈ। ਸਿਪਰਨ ਕੋ ਕਰ ਗਹਿ ਚੀਰਾਏ। ਇੱਥੋਂ ਤੱਕ ਕਹਿੰਦੇ ਨੇ ਵੀ ਜੇ ਕਿਤੇ ਇਹ ਢਾਲ ਹੱਥ ਵਿੱਚ ਫੜ ਲਵੇ ਨਾ ਆਪਣੇ ਦੋਹਾਂ ਹੱਥਾਂ ਵਿੱਚ, ਤੇ ਇੰਨੀ ਤਾਕਤ ਇਸ ਵਿੱਚ ਹੈ ਵੀ ਇਹ ਉਸ ਢਾਲ ਦੇ ਦੋ ਟੋਟੇ ਕਰ ਦਿੰਦਾ ਹੈ। ਸ੍ਰੀ ਫਲ ਫੂਰ ਹੈ ਦੰਡ ਸੁਭਾਏ। ਜਿਵੇਂ ਕਹਿੰਦੇ ਨੇ ਵੀ ਕਾਗਜ਼ ਨੂੰ ਪਾੜ ਦਿੱਤਾ ਜਾਂਦਾ ਹੈ, ਇਹ ਕਈ ਢਾਲਾਂ ਨੂੰ ਇਸ ਤਰ੍ਹਾਂ ਦੋਵਾਂ ਹੱਥਾਂ ਵਿੱਚ ਫੜ ਕਰਕੇ ਉਸ ਤਰ੍ਹਾਂ ਪਾੜ ਦਿੰਦਾ ਹੈ। ਇੰਨਾ ਬਲ ਇਸ ਵਿੱਚ ਹੈ, ਇੰਨੀ ਤਾਕਤ ਇਸ ਵਿੱਚ ਹੈ। ਗਹਿ ਰਜਤ ਪਣ ਚੁਟਕੀ ਮਾਹੇ। ਇੱਥੋਂ ਤੱਕ ਵੀ ਬਲ ਦੱਸਿਆ ਜਾਂਦਾ ਵੀ ਇਹਦੇ ਹੱਥਾਂ ਦੀਆਂ ਉਂਗਲਾਂ ਵਿੱਚ ਵੀ ਇੰਨੀ ਤਾਕਤ ਹੈ ਵੀ ਜੇ ਕਿਤੇ ਸਿੱਕੇ ਨੂੰ ਆਪਣੀਆਂ ਉਂਗਲਾਂ ਵਿੱਚ ਫੜ ਲਵੇ, ਹਰਫ ਮਿਟਾਵਤ ਮਲ ਕਰਤਾਹੇ। ਉਹਨਾਂ ਨੂੰ ਜੇ ਮਲ ਦੇਵੇ ਤੇ ਕਹਿੰਦੇ ਨੇ ਵੀ ਸਿੱਕੇ ਉੱਤੇ ਲਿਖੇ ਹੋਏ ਹਰਫ ਨੇ, ਜਿਹੜੇ ਅੱਖਰ ਨੇ, ਉਹਨਾਂ ਨੂੰ ਮਿਟਾ ਦਿੰਦਾ ਹੈ। ਇਤਿਆਦਿਕ ਨਿਤ ਅਚਰਜ ਕਰੈ। ਤੋ ਇਸ ਤਰ੍ਹਾਂ ਅਚਰਜ ਹੀ ਇਹ ਆਪਣੇ ਬਲ ਦਾ ਇਸ ਤਰ੍ਹਾਂ ਪ੍ਰਯੋਗ ਕਰਦਾ ਹੈ। ਗੁਰ ਪ੍ਰਸੰਨਤਾ ਤਿਉ ਤਿਉ ਧਰੈ। ਤੇ ਜਿਵੇਂ ਜਿਵੇਂ ਆਪਣਾ ਬਲ ਵਿਖਾਉਂਦਾ ਹੈ, ਜਿਵੇਂ ਜਿਵੇਂ ਤਾਕਤ ਵਿਖਾਉਂਦਾ ਹੈ, ਸਤਿਗੁਰੂ ਇਸ ਤੇ ਤਿਉਂ ਤਿਉਂ ਹੋਰ ਪ੍ਰਸੰਨ ਹੁੰਦੇ ਹਨ। ਬਹੁ ਮੌਲੀ ਵਸਤੂ ਬਖਸ਼ੰਤੇ। ਤੇ ਸਤਿਗੁਰੂ ਕੇਵਲ ਕੱਲਾ ਪ੍ਰਸੰਨ ਨਹੀਂ ਹੁੰਦੇ, ਸਗੋਂ ਕਹਿੰਦੇ ਨੇ ਬਹੁਤ ਕੀਮਤੀ ਵਸਤੂਆਂ ਇਹਨੂੰ ਜਿਹੜੀਆਂ ਨੇ ਭੇਟਾ ਵੇਚ ਦਿੰਦੇ ਨੇ, ਇਨਾਮ ਵਜੋਂ ਰੋਜ਼ ਦਿੰਦੇ ਨੇ। ਕੇਵਲ ਕੱਲਾ ਮੂੰਹ ਤੋਂ ਸ਼ਾਬਾਸ਼ੀ ਨਹੀਂ ਵੀ ਭਾਈ ਬੜਾ ਸੋਹਣਾ, ਬੜਾ ਚੰਗਾ, ਸਗੋਂ ਉਹਨੂੰ ਉਸ ਦਾ ਇਨਾਮ ਵੀ ਦਿੰਦੇ ਹਨ। ਧਨ ਗਨ ਦੇਤ ਲੇਤ ਹਰਖੰਤੇ। ਬਹੁਤ ਸਾਰਾ ਧਨ ਦਿੰਦੇ ਹਨ, ਅਣਗਿਣਤ ਧਨ ਦਿੰਦੇ ਨੇ, ਜਿਸ ਨੂੰ ਲੈ ਕੇ ਪੈਂਦੇ ਖਾਂ ਪ੍ਰਸੰਨ ਹੁੰਦਾ ਹੈ। ਇਸ ਕੀ ਕਥਾ ਕਹਾਂਗੇ ਫੇਰ। ਤੋ ਕਵੀ ਜੀ ਇਸ ਅਧਿਆਏ ਨੂੰ ਇੱਥੇ ਸਮਾਪਤ ਕਰਕੇ ਆਖਦੇ ਨੇ ਵੀ ਪੈਂਦੇ ਖਾਂ ਦੀ ਕਥਾ ਇਹ ਫਿਰ ਆਖਾਂਗੇ। ਸੁਨਹੁ ਅਬ ਹੈ ਗੁਰ ਸਿੱਖਨ ਕੀਰ। ਹੁਣ ਕੁਝ ਸਿੱਖਾਂ ਦੇ ਪ੍ਰਸੰਗ ਸੁਣੋ ਜੀ। ਜਿਉ ਜਿਉ ਮਿਲੇ ਸੁਨਿਓ ਉਪਦੇਸ਼। ਜਿਵੇਂ ਜਿਵੇਂ ਗੁਰੂ ਕੇ ਸਿੱਖ ਗੁਰੂ ਦੇ ਦਰਸ਼ਨ ਦੀਦਾਰ ਕਰਨ ਆਉਂਦੇ ਨੇ, ਬੇਨਤੀਆਂ ਕਰਦੇ ਨੇ, ਜਿਵੇਂ ਜਿਵੇਂ ਉਹਨਾਂ ਨੂੰ ਸਤਿਗੁਰੂ ਦਾ ਉਪਦੇਸ਼ ਮਿਲਦਾ ਹੈ, ਲੈ ਗੁਰ ਮਤ ਕੋ ਕੱਟੇ ਕਲੇਸ਼। ਤੇ ਗੁਰੂ ਦਾ ਉਪਦੇਸ਼ ਲੈ ਕੇ, ਗੁਰੂ ਕੀ ਮੱਤ ਲੈ ਕਰਕੇ ਆਪਣੇ ਜੀਵਨ ਦੇ ਕਲਾ ਕਲੇਸ਼ ਝਗੜੇ ਕੱਟਦੇ ਮਿਟਾਉਂਦੇ ਹਨ। ਤਿਨ ਕੀ ਕਹੋ ਕਥਾ ਕੁਛ ਥੋਰੀ। ਹੁਣ ਮੈਂ ਉਹਨਾਂ ਦੀ ਕੁਝ ਕਥਾ ਸੁਣਾਵਣ ਲੱਗਾ ਹਾਂ। ਸਰੋਤਾ ਸੁਨਹੁ ਮਹਾਰਸ ਬੋਰੀ। ਇਹ ਸਰੋਤਾ ਜਨ ਧਿਆਨ ਦੇ ਕਰਕੇ ਇਸ ਰਸ ਭਰੀ ਕਥਾ ਨੂੰ ਸੁਣੋ ਜੀ। ਦੋਹਰਾ ਦਰਗਾਹ ਭੰਡਾਰੀਆਂ ਸਿੱਖ ਹੋਤੇ ਮਤ ਧੀਰ। ਇੱਕ ਸਿੱਖ ਦਾ ਜਿਹੜਾ ਹੈ ਨਾਮ ਇੱਥੇ ਜ਼ਿਕਰ ਕੀਤਾ ਹੈ, ਦਰਗਾਹ ਤੇ ਦੂਜਾ ਭੰਡਾਰੀਆ। ਇਹ ਦੋ ਸਿੱਖ ਸਤਿਗੁਰੂ ਦੇ ਚਰਨਾਂ ਵਿੱਚ ਹਾਜ਼ਰ ਹੋਏ ਨੇ। ਕੁਝ ਇਹਨਾਂ ਨੂੰ ਇਕੱਠਾ ਇੱਕੋ ਨਾਮ ਦੱਸਦੇ ਨੇ, ਕੁਝ ਥਾਵਾਂ ਤੇ ਇਹ ਦੋ ਨਾਵਾਂ ਦੇ ਵਿਅਕਤੀ ਦੱਸਦੇ ਹਨ। ਸ੍ਰੀ ਗੁਰੂ ਹਰਗੋਬਿੰਦ ਕੋ ਸੇਵਤ ਰਹਿ ਕਰ ਤੀਰ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਰਹਿੰਦੇ ਨੇ, ਨੇੜੇ ਰਹਿੰਦੇ ਨੇ, ਸੇਵਾ ਕਰਦੇ ਨੇ, ਸਿਮਰਨ ਕਰਦੇ ਨੇ, ਬਾਣੀ ਪੜ੍ਹਦੇ ਹਨ। ਚੌਪਈ ਹਾਥ ਜੋਰ ਅਰਦਾਸ ਬਖਾਨੀ। ਉਹਨਾਂ ਨੇ ਆ ਕਰਕੇ ਦੋਵੇਂ ਹੱਥ ਜੋੜ ਕੇ ਅਰਦਾਸ ਬੇਨਤੀ ਆਖੀ ਹੈ। ਸਿੱਖ ਕਰਹਿ ਚਰਚਾ ਗੁਰਬਾਣੀ। ਉਹ ਕਹਿੰਦੇ ਨੇ ਵੀ ਬਹੁਤ ਸਾਰੇ ਸਿੱਖ ਗੁਰਬਾਣੀ ਦੀ ਚਰਚਾ, ਬਾਣੀ ਦੀ ਵਿਚਾਰ ਕਰ ਕਰ ਸੁਣਾਉਂਦੇ ਹਨ। ਕੇਤਕ ਪਰਹਿ ਲਰ ਆਪਸ ਮਾਹੀ। ਕਹਿੰਦੇ ਨੇ ਵੀ ਕਈ ਇਸ ਤਰ੍ਹਾਂ ਚਰਚਾ ਕਰਦੇ ਕਰਦੇ ਆਪਸ ਵਿੱਚ ਲੜ ਪੈਂਦੇ ਹਨ। ਨਿਜ ਨਿਜ ਅਰਥ ਹਟਨ ਦੇ ਨਾਹੀ। ਆਪੋ ਆਪਣੀ ਮਤ ਅਨੁਸਾਰ ਅਰਥ ਕਰਦੇ ਨੇ ਤੇ ਕੋਈ ਵੀ ਇੱਕ ਦੂਜੇ ਦੇ ਅਰਥਾਂ ਨੂੰ ਮੰਨਣ ਵਾਸਤੇ ਤਿਆਰ ਨਹੀਂ।
ਇਸ ਤਰ੍ਹਾਂ ਇਹ ਵਾਦ ਵਿਵਾਦ ਵੀ ਹੋ ਜਾਂਦਾ ਹੈ। ਸੁਨ ਸ੍ਰੀ ਹਰਿ ਗੋਬਿੰਦ ਉਚਾਰਾ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਉਹਨਾਂ ਦੇ ਇਸ ਸ਼ੰਕੇ ਨੂੰ ਮਿਟਾਉਣ ਵਾਸਤੇ ਪਾਵਨ ਮੁਖਾਰ ਬਿੰਦ ਵਿੱਚੋਂ ਬਚਨ ਬੋਲੇ ਹਨ। ਹੋਵਤ ਚਰਚਾ ਚਾਰ ਪ੍ਰਕਾਰਾ। ਹਜ਼ੂਰ ਆਖਦੇ ਨੇ ਵੀ ਚਰਚਾ ਜਿਹੜੀ ਹੈ ਇਹ ਚਾਰ ਪ੍ਰਕਾਰ ਦੀ ਹੁੰਦੀ ਹੈ, ਚਾਰ ਤਰ੍ਹਾਂ ਦੀ ਚਰਚਾ। ਇਹਦੀ ਗੱਲ ਸਤਿਗੁਰੂ ਜੀ ਨੇ ਇੱਥੇ ਆਖੀ ਹੈ। ਗੁਰ ਸਿੱਖਨ ਕੋ ਚਹੀਤ ਦੋਇ। ਸਤਿਗੁਰੂ ਆਖਦੇ ਨੇ ਵੀ ਹੁੰਦੀ ਤੇ ਚਾਰ ਪ੍ਰਕਾਰ ਦੀ ਹੈ, ਪਰ ਗੁਰੂ ਕੇ ਸਿੱਖਾਂ ਨੂੰ ਦੋ ਤਰ੍ਹਾਂ ਦੀ ਚਰਚਾ ਜਿਹੜੀ ਤੁਹਾਨੂੰ ਅੱਗੇ ਦੱਸਣ ਲੱਗੇ ਹਾਂ, ਉਹ ਦੋ ਤਰ੍ਹਾਂ ਦੀ ਚਰਚਾ ਗ੍ਰਹਿਣ ਕਰਨੀ ਚਾਹੀਦੀ ਹੈ। ਦੋਨੋਂ ਕੋ ਤਿਆਗਤ ਹੈ ਤੇ ਸੋਇ। ਜਿਹੜੀ ਦੋ ਤਰ੍ਹਾਂ ਦੀ ਚਰਚਾ ਹੈ ਉਹਨੂੰ ਤਿਆਗਣਾ ਹੈ। ਕੁੱਲ ਚਾਰ ਤਰ੍ਹਾਂ ਦੀ ਚਰਚਾ ਦਾ ਜ਼ਿਕਰ ਹੈ ਅੱਗੇ, ਤੇ ਗੁਰੂ ਸਾਹਿਬ ਆਖਦੇ ਨੇ ਵੀ ਦੋ ਤਰ੍ਹਾਂ ਦੀ ਚਰਚਾ ਇਹਨਾਂ ਨੂੰ ਜਿਹੜਾ ਹੈ ਅਪਣਾਉਣਾ ਹੈ, ਤੇ ਦੋ ਤਰ੍ਹਾਂ ਦੀ ਚਰਚਾ ਜਿਹੜੀ ਹੈ ਉਹਦਾ ਤਿਆਗ ਕਰਨਾ ਹੈ। ਇੱਕ ਇਹ ਚਰਚਾ ਬਾਦ ਕਹਾਵੈ। ਸਭ ਤੋਂ ਪਹਿਲੀ ਚਰਚਾ ਜਿਸ ਦਾ ਸਤਿਗੁਰੂ ਨੇ ਇੱਥੇ ਜ਼ਿਕਰ ਕੀਤਾ ਹੈ, ਪਹਿਲੀ ਚਰਚਾ ਇਹ ਹੈ ਵਾਦ ਕਹਾਵੈ। ਵਾਦ ਦਾ ਅਰਥ ਹੁੰਦਾ ਹੈ ਵਾਦ ਭਾਵ ਝਗੜਾ ਜਿਹੜੀ ਪੈਦਾ ਕਰਦੀ ਹੈ। ਸ਼ਬਦ ਅਰਥ ਜੋ ਨਹਿ ਉਰ ਲਾਵੈ। ਜਿਹੜੇ ਸ਼ਬਦ ਦੇ ਅਰਥਾਂ ਨੂੰ ਉਰ ਨਹੀਂ ਲਾਉਂਦੇ, ਹਿਰਦੇ ਵਿੱਚ ਨਹੀਂ ਧਾਰਨ ਕਰਦੇ, ਜਿਹਨੂੰ ਸੌਖੇ ਤੌਰ ਤੇ ਕਹਿ ਲਈ ਵੀ ਚੁੰਚ ਗਿਆਨ ਹੈ, ਸਿਰਫ ਮੂੰਹ ਤੋਂ ਬੋਲੇ ਦਾ ਗਿਆਨ ਹੈ, ਪਰ ਉਸ ਅਨੁਸਾਰ ਜੀਵਨ ਕੋਈ ਨਹੀਂ ਹੁੰਦਾ। ਉਹਨਾਂ ਅਰਥਾਂ ਨੂੰ ਆਪਣੇ ਅੰਦਰ ਨਹੀਂ ਟਿਕਾਉਂਦੇ। ਕਰਹਿ ਪਰਸਪਰ ਬੂਝ ਨੇ ਕਹਿਨੇ। ਮਿਲਦੇ ਹੋਏ ਕਿਤੇ ਨਾ ਕਿਤੇ ਆਪਸ ਵਿੱਚ ਇਸ ਤਰ੍ਹਾਂ ਆਪਣੀ ਬੂਝ ਨਾਲ ਉਹ ਗੱਲ ਕਰਦੇ ਹਨ। ਸੁਨਹਿ ਪ੍ਰੇਮ ਤੇ ਅਰਥ ਸੋ ਲਹਿਨੇ। ਪ੍ਰੇਮ ਨਾਲ ਕਈ ਸੁਣਦੇ ਤੇ ਹਨ, ਪਰ ਉਹਨਾਂ ਦੇ ਅਰਥ ਅੰਦਰ ਨਹੀਂ ਟਿਕਾਉਂਦੇ। ਦੂਜੀ ਚਰਚਾ ਹੇਤ ਪਛਾਨ। ਦੂਜੀ ਚਰਚਾ ਦਾ ਨਾਮ ਜਿਹੜਾ ਹੈ ਹੇਤ ਆਖਿਆ ਹੈ। ਨਿਜ ਬੁੱਧ ਮਹਿ ਸੋ ਕਰਤ ਬਖਾਨ। ਜਿਹੜੀ ਮਨੁੱਖ ਆਪੋ ਆਪਣੀ ਬੁੱਧੀ ਅਨੁਸਾਰ ਕਹਿੰਦੇ ਹਨ। ਸੁਨਤ ਦੂਸਰੇ ਮ੍ਰਿਤ ਬਚ ਕਹੈ। ਦੂਜੇ ਦੇ ਕਹੇ ਹੋਏ ਬੋਲਾਂ ਨੂੰ ਜਿਹੜਾ ਹੈ ਉਹ ਸੁਣਦੇ ਹਨ। ਇਹੋ ਨਹਿ ਅਰਥ ਅਪਰ ਵਿਦ ਅਹੈ। ਉਹਨੂੰ ਆਖਦੇ ਨੇ ਵੀ ਇਹਦੇ ਅਰਥ ਇਹ ਨਹੀਂ, ਇਹਦੇ ਅਰਥ ਕੁਝ ਹੋਰ ਹਨ। ਸ਼ਬਦ ਅਰਥ ਕਹਿ ਭਲੋ ਸੁਨਾਇਓ। ਫਿਰ ਕਹਿੰਦੇ ਨੇ ਵੀ ਆਪ ਸ਼ਬਦ ਦੇ ਅਰਥ ਕਹਿ ਕੇ ਸੁਣਾਉਂਦੇ ਹਨ। ਸੁਨਿਓ ਜਥਾਰਥ ਤਹਿ ਮਨ ਭਾਇਓ। ਫਿਰ ਉਹਨਾਂ ਦੇ ਹਿਸਾਬ ਨਾਲ ਕੋਈ ਉਦਾਹਰਨ ਦੇ ਕੇ ਦੱਸਦੇ ਹਨ। ਬਹਰੋ ਦੇ ਕਰ ਬੁੱਧ ਵਿਸੇਖ। ਫਿਰ ਕਹਿੰਦੇ ਨੇ ਵੀ ਵਿਸ਼ੇਸ਼ ਬੁੱਧੀ ਦੀ ਗੱਲ ਕਰਦੇ ਹਨ। ਕਰਹਿ ਆਪ ਤੈਸੇ ਸੁਭ ਦੇਖ। ਫਿਰ ਜਿਵੇਂ ਉਹ ਵੇਖਦੇ ਹਨ ਉਸੇ ਤਰ੍ਹਾਂ ਕਰਨ ਲੱਗਦੇ ਹਨ। ਪਨਤ ਸੁਨਤ ਦੋਨੋਂ ਮਿਲ ਆਛੇ। ਪੜਨ ਵਾਲੇ ਤੇ ਸੁਣਨ ਵਾਲੇ ਦੋਵੇਂ ਹੀ ਭਲੇ ਹੁੰਦੇ ਹਨ, ਨਿਰਣੇ ਹੋਏ ਅਰਥ ਜੋ ਪਾਛੇ। ਪਰ ਨਿਰਣਾ ਕਰਨ ਵਾਲੇ ਹੋਣ ਜੋ ਅਸਲ ਤੇ ਸਹੀ ਅਰਥ ਹੋਵੇ। ਪੱਖਵਾਦ ਤਜ ਸੋ ਉਰ ਧਰੈ। ਪੱਖਵਾਦ ਨੂੰ ਵੱਖਵਾਦ ਨੂੰ ਛੱਡ ਕਰਕੇ ਅਰਥ ਨੂੰ ਵਿਚਾਰ ਨੂੰ ਆਪਣੇ ਅੰਦਰ ਜੋ ਧਰਦੇ ਹਨ। ਆਪਸ ਮਹਿ ਸਹਾਰਨਾ ਕਰੈ। ਆਪਣੇ ਆਪ ਵਿੱਚ ਇੱਕ ਦੂਜੇ ਦੀ ਕਹੀ ਹੋਈ ਗੱਲ ਨੂੰ ਅਰਥ ਨੂੰ ਸਹਾਰਦੇ ਸਮਝਦੇ ਹਨ। ਇਸਤੇ ਆਏ ਨਾ ਉਸਤੇ ਸੁਨਿਓ। ਜੇ ਕਿਸੇ ਇੱਕ ਨੂੰ ਗੱਲ ਨਹੀਂ ਆਈ, ਇੱਕ ਤੋਂ ਗੱਲ ਕਲੀਅਰ ਨਹੀਂ ਹੋਈ, ਸਾਫ਼ ਨਹੀਂ ਹੋਈ, ਤੇ ਦੂਜੇ ਤੋਂ ਸੁਣਦੇ ਹਨ। ਉਹ ਨਹਿ ਜਾਣੇ ਤੋ ਇਨ ਭਨਿਓ। ਤੇ ਜੇ ਦੂਜਾ ਨਹੀਂ ਜਾਣਦਾ ਤੇ ਉਹ ਪਹਿਲਾਂ ਉਸ ਨੂੰ ਕਿਸੇ ਗੱਲ ਨੂੰ ਸਮਝਾ ਦੇਵੇ। ਦੋਨੋਂ ਕੋ ਗੁਣ ਮਿਲ ਕਰ ਭਇਓ। ਦੋਵਾਂ ਦਾ ਗੁਣ ਸਾਂਝਾ ਹੋ ਜਾਂਦਾ ਹੈ, ਤੇ ਇਸ ਤਰ੍ਹਾਂ ਇਹ ਪਰਉਪਕਾਰ ਵਿੱਚੋਂ ਪ੍ਰਗਟ ਹੁੰਦਾ ਹੈ। ਪ੍ਰੇਮ ਵਿਸਾਲ ਬਹੁਰ ਜੁਗ ਕਇਓ। ਫਿਰ ਕਹਿੰਦੇ ਨੇ ਵੀ ਵੱਡਾ ਪ੍ਰੇਮ ਵੱਧਦਾ ਹੈ। ਜਿਮ ਇੱਕ ਦੀਪਕ ਕਰੈ ਪ੍ਰਕਾਸ਼। ਇਹ ਦੂਜੀ ਤਰ੍ਹਾਂ ਦੀ ਚਰਚਾ ਦੇ ਵਿੱਚੋਂ ਸਤਿਗੁਰੂ ਇੱਕ ਉਦਾਹਰਨ ਦੇ ਕੇ ਆਖਦੇ ਨੇ ਵੀ ਜੇ ਦੋ ਵਿਅਕਤੀ ਆਪਸ ਵਿੱਚ ਮਿਲ ਕਰਕੇ ਵਿਚਾਰ ਕਰਨ, ਆਪਸ ਵਿੱਚ ਮਿਲ ਕੇ ਕਿਸੇ ਗੱਲ ਦਾ ਨਿਰਣਾ ਕਰਨ, ਦੋ ਤਰ੍ਹਾਂ ਦੀ ਬੁੱਧੀ, ਦੋ ਤਰ੍ਹਾਂ ਦੇ ਵਿਚਾਰ ਹੋ ਜਾਂਦੇ ਨੇ, ਪਰ ਇੱਕ ਦੂਜੇ ਦੀ ਗੱਲ ਸੁਣਨ ਤੇ ਮੰਨਣ ਵਾਲੇ ਹੋਣ, ਤੇ ਉਦੋਂ ਕਹਿੰਦੇ ਨੇ ਵੀ ਇਹ ਉਦਾਹਰਨ ਇਸ ਤਰ੍ਹਾਂ ਸਮਝੋ, ਇਸ ਤਰ੍ਹਾਂ ਜਾਣੋ ਵੀ ਜਿਵੇਂ
ਇੱਕ ਦੀਵਾ ਜਗਦਾ ਹੋਵੇ, ਰਹਿ ਅੰਧੇਰਾ ਪਿੱਛੇ ਤਾਸ। ਪਰ ਉਸ ਦੀਵੇ ਦੇ ਹੇਠਾਂ, ਉਸ ਦੇ ਦੀਵੇ ਦੇ ਪਿੱਛੇ ਹਨੇਰਾ ਹੁੰਦਾ ਹੈ। ਦੁਤੀਓ ਦੀਪਕ ਦੇ ਤਹ ਫੋਏ। ਪਰ ਜੇ ਕਿਤੇ ਕੋਈ ਵਿਅਕਤੀ ਇੱਕ ਦੂਜਾ ਦੀਵਾ ਉੱਥੇ ਜਗਾ ਦੇਵੇ, ਪਾਛਲ ਤੁਮ ਦਹਿਨ ਹਾਨੇ। ਤੇ ਕਹਿੰਦੇ ਨੇ ਫਿਰ ਦੋਵਾਂ ਦੇ ਪਿੱਛੇ ਦਾ, ਦੋਵਾਂ ਦੇ ਹੇਠਾਂ ਦਾ ਹਨੇਰਾ ਦੂਰ ਹੋ ਜਾਂਦਾ ਹੈ। ਲੈ ਸ਼ਬਦ ਰਸ ਮਿਲ ਕਰ ਦੋ। ਇਵੇਂ ਦੋ ਜਾਣੇ ਇਕੱਠੇ ਹੋ ਕਰਕੇ ਵਿਚਾਰ ਕਰਨ, ਚਰਚਾ ਕਰਨ ਤੇ ਸ਼ਬਦ ਦਾ ਰਸ ਦੋਵੇਂ ਹੀ ਮਾਣਦੇ ਹਨ। ਮਾਨ ਨ ਰਹੇ ਮਹਾਫਲ ਹੋ। ਫਿਰ ਕਹਿੰਦੇ ਨੇ ਵੀ ਇਸ ਤਰ੍ਹਾਂ ਜਦੋਂ ਉਸ ਵਿਚਾਰ ਨੂੰ, ਸ਼ਬਦ ਨੂੰ ਮੰਨਦੇ ਨੇ ਤੇ ਦੋਵੇਂ ਫਲ ਪ੍ਰਾਪਤ ਕਰਦੇ ਹਨ। ਚਰਚਾ ਜਲਪਾ ਤੀਸਰੀ ਜਾਨ। ਹੁਣ ਦੋ ਤਰ੍ਹਾਂ ਦੀ ਚਰਚਾ ਦੀ ਗੱਲ ਕਰ ਦਿੱਤੀ ਹੈ, ਜਿਹਨੂੰ ਥੋੜਾ ਜਿਹਾ ਸੰਖੇਪ ਮੈਂ ਦੁਬਾਰਾ ਸਾਂਝਾ ਕਰ ਲਵਾਂ, ਗੱਲ ਪੱਲੇ ਜੇ ਨਾ ਪਈ ਹੋਵੇ। ਪਹਿਲੇ ਤਰ੍ਹਾਂ ਦੀ ਚਰਚਾ ਦੀ ਗੱਲ ਕੀਤੀ ਹੈ, ਵਾਦ ਜੋ ਝਗੜਾ ਪੈਦਾ ਕਰਦੀ ਹੈ। ਦੂਜੇ ਤਰ੍ਹਾਂ ਦੀ ਚਰਚਾ ਦੀ ਗੱਲ ਕੀਤੀ ਵੀ ਕਿਤੇ ਦੋ ਮਨੁੱਖ ਆਪਸ ਵਿੱਚ ਮਿਲ ਕੇ ਗੱਲ ਕਰਨ, ਇੱਕ ਨੂੰ ਨਹੀਂ ਸਮਝ ਆਈ ਦੂਜਾ ਸਮਝਾ ਦੇਵੇ, ਦੂਜੇ ਨੂੰ ਜਿਹੜੀ ਗੱਲ ਨਹੀਂ ਸਮਝ ਆਈ ਉਹ ਪਹਿਲਾਂ ਸਮਝਾ ਦੇਵੇ, ਤੇ ਦੋਵੇਂ ਜਾਣੇ ਇੱਕ ਦੂਜੇ ਦੀ ਮੰਨਣ ਵਾਲੇ ਹੋਣ। ਜਿਹਨੂੰ ਗੁਰਬਾਣੀ ਵਿੱਚੋਂ ਇਹ ਪੰਕਤੀ ਵੀ ਅਸੀਂ ਪੜ੍ਹਦੇ ਹਾਂ, ਦੋਹਾਂ ਮਿਲ ਕਾਰਜ ਊਪਜੈ, ਜਾਂ ਬਾਣੀ ਵਿੱਚ ਹਜ਼ੂਰ ਇਸ ਤਰ੍ਹਾਂ ਵੀ ਕਿਰਪਾ ਕਰਦੇ ਹਨ, ਹਰ ਨਾਮੈ ਕੇ ਹੋਵੋ ਜੋੜੀ ਗੁਰਮੁਖ ਬੈਸੋ ਸਫਾ ਵਿਛਾਏ। ਉਹ ਸਫਾ ਵਿਛਾਏ ਦਾ ਕੀ ਹੈ ਵੀ ਇਕੱਠੇ ਹੋ ਕਰਕੇ ਬੈਠੀਏ। ਇਕੱਲਾ ਇਕੱਲਾ ਆਪੋ ਆਪਣਾ ਰਾਗ ਅਲਾਪੀ ਜਾਂਦਾ ਹੈ, ਆਪਣੀ ਆਪਣੀ ਗੱਲ ਕਰੀ ਜਾਂਦਾ। ਕਈ ਵਾਰੀ ਐਸਾ ਹੁੰਦਾ ਵੀ ਦੋ ਜਾਣਿਆਂ ਦਾ ਝਗੜਾ ਹੋਵੇ, ਉਹਨਾਂ ਝਗੜਿਆਂ ਵਿੱਚੋਂ ਇੱਕ ਵਿਅਕਤੀ ਕਿਸੇ ਨਿਰਣਾ ਕਰਨ ਵਾਲੇ ਨੂੰ ਆਪਣੀ ਗੱਲ ਦੱਸ ਦੇਵੇ, ਤੇ ਉਸ ਦੇ ਗੱਲ ਦੱਸਣ ਵਿੱਚ ਉਹ ਆਪਣੇ ਆਪ ਨੂੰ ਸਹੀ ਸਾਬਤ ਕਰਦਾ ਵੀ ਮੈਂ ਠੀਕ ਸਾਂ ਤੇ ਦੂਜਾ ਗਲਤ ਹੈ। ਤੇ ਜਦੋਂ ਦੂਜਾ ਉਹਦੇ ਕੋਲ ਜਾ ਕਰਕੇ ਆਪਣੀ ਗੱਲ ਕਰਦਾ ਤੇ ਉਹ ਵੀ ਆਖਦਾ ਵੀ ਉਹ ਪਹਿਲਾਂ ਵਾਲਾ ਗਲਤ ਸੀ ਤੇ ਮੈਂ ਠੀਕ ਹਾਂ। ਇਸ ਕਰਕੇ ਜਦੋਂ ਦੋਵਾਂ ਜਾਣਿਆਂ ਦੇ ਵਿਚਾਰ ਉਸ ਇੱਕ ਨੂੰ ਪਤਾ ਲੱਗਦੇ ਨੇ ਤੇ ਫਿਰ ਉਹਨੂੰ ਨਿਰਣਾ ਕਰਨਾ ਸਹੀ ਬਣਦਾ, ਫਿਰ ਉਹ ਪਛਾਣ ਕਰਦਾ। ਪਰ ਜਦੋਂ ਸਿਰਫ ਇੱਕੋ ਪਾਸੇ ਦੀ ਗੱਲ ਸੁਣੀ ਜਾਵੇ, ਇੱਕੋ ਪਾਸੇ ਦੀ ਗੱਲ ਕੀਤੀ ਜਾਵੇ, ਉਦੋਂ ਕਿਸੇ ਨਿਰਣੇ ਤੇ ਅਸੀਂ ਨਹੀਂ ਪਹੁੰਚ ਸਕਾਂਗੇ। ਦੂਜੀ ਧਿਰ ਦਾ ਤੇ ਪੱਖ ਜਾਣੇ ਕੋਈ ਨਹੀਂ, ਦੂਜੀ ਧਿਰ ਦੀ ਤੇ ਗੱਲ ਸੁਣੀ ਕੋਈ ਨਹੀਂ ਹੈ। ਇਸ ਕਰਕੇ ਦੋ ਜਣਿਆਂ ਦੀ ਵਿਚਾਰ ਜਿਹੜੀ ਹੈ ਉਹਨੂੰ ਸਤਿਗੁਰੂ ਨੇ ਪ੍ਰਵਾਨਗੀ ਦਿੱਤੀ ਹੈ, ਜਾਂ ਜਿਨ੍ਹਾਂ ਨੂੰ ਮੈਂ ਇੰਜ ਵੀ ਆਖਾਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਰਹਿਮਤ ਕੀਤੀ ਤੇ ਪੰਜ ਪ੍ਰਵਾਨ, ਪੰਜ ਪ੍ਰਧਾਨ ਦੀ ਗੱਲ ਕੀਤੀ ਹੈ। ਫਿਰ ਕਲਗੀਧਰ ਪਾਤਸ਼ਾਹ ਮਹਾਰਾਜ ਨੇ 1699 ਦੀ ਵਿਸਾਖੀ ਤੇ ਇਹਨਾਂ ਨੂੰ ਫਿਰ ਪੰਜ ਪਿਆਰੇ ਸਾਹਿਬਾਨ ਦੇ ਰੂਪ ਵਿੱਚ ਵੀ ਪ੍ਰਗਟ ਤੌਰ ਤੇ ਕੀਤਾ, ਇਸ ਵਿਚਾਰਧਾਰਾ ਨੂੰ ਪ੍ਰਗਟ ਕੀਤਾ ਹੈ। ਤਾਂ ਪਹਿਲੀ ਤਰ੍ਹਾਂ ਦੀ ਚਰਚਾ ਜਿਸ ਦਾ ਤਿਆਗ ਕਰਨਾ ਹੈ ਉਹ ਹੈ ਸਿਰਫ ਝਗੜਾ ਪੈਦਾ ਕਰਨ ਵਾਲੀ, ਵੀ ਜੋ ਮੈਂ ਜਾਣਦਾ ਹਾਂ, ਜੋ ਮੈਨੂੰ ਪਤਾ ਹੈ ਇਹ ਹੀ ਬਿਲਕੁਲ ਸਹੀ ਹੈ, ਇਹ ਝਗੜਾ ਪੈਦਾ ਕਰਨ ਵਾਲੀ ਬੁੱਧੀ ਹੈ, ਜਿਸ ਦਾ ਅਸੀਂ ਤਿਆਗ ਕਰਨਾ ਹੈ। ਦੂਜੇ ਤਰ੍ਹਾਂ ਦੀ ਚਰਚਾ ਜੋ ਸਤਿਗੁਰੂ ਦੱਸਦੇ ਹਨ, ਉਹਦੇ ਵਿੱਚ ਵੀ ਦੋ ਜਾਣੇ ਇਕੱਠੇ ਹੋ ਕਰਕੇ ਜਿਹੜੀ ਵਿਚਾਰ ਕਰਦੇ ਨੇ ਤੇ ਸਹੀ ਨਿਰਣਾ ਦੋਵੇਂ ਜਾਣੇ ਜਦੋਂ ਸਹੀ ਗੱਲ ਤੇ ਪਹੁੰਚਦੇ ਨੇ ਤੇ ਉਸ ਨੂੰ ਸਾਨੂੰ ਜਿਹੜਾ ਹੈ ਅਪਣਾਉਣਾ ਚਾਹੀਦਾ ਹੈ। ਜੋ ਨਿਜ ਮੁਕਤੇ ਕੀਨ ਬਖਾਨ। ਹੁਣ ਤੀਜੀ ਚਰਚਾ ਜਿਸ ਦਾ ਨਾਮ ਇੱਥੇ ਜਲਪ ਲਿਖਿਆ ਹੈ, ਜਿਸ ਬਾਰੇ ਸਤਿਗੁਰੂ ਜੀ ਇਸ ਤਰ੍ਹਾਂ ਆਖਦੇ ਨੇ ਵੀ ਕੋਈ ਮਨੁੱਖ ਆਪਣੇ ਮੂੰਹ ਤੋਂ ਕੋਈ ਚਰਚਾ ਵਾਲੀ ਇਸ ਤਰ੍ਹਾਂ ਗੱਲ ਆਖੇ, ਹੋਏ ਅਨਪਨ ਕੈ ਬਨਿਓ ਕਹੰਤ। ਤੇ ਕਹਿੰਦੇ ਨੇ ਵੀ ਇਸ ਤਰ੍ਹਾਂ ਵੀ ਆਖੇ ਵੀ ਜਿਹੜੀ ਗੱਲ ਨਹੀਂ ਹੋਈ ਉਹਨੂੰ ਆਖੇ ਵੀ ਹੋਈ ਹੈ, ਇਸ ਤਰ੍ਹਾਂ ਕੋਈ ਬਿਆਨ ਕਰੇ। ਨਹਿ ਦੂਸਰ ਉਰ ਬਖੈਲ ਹੰਤ। ਦੂਜੇ ਪਾਸੇ ਦੀ ਗੱਲ ਨੂੰ ਜਾਣੇ ਹੀ ਨਾ, ਤਿਸ ਪਰ ਦੋਨੋਂ ਬਾਤ ਉਠਾਏ। ਫਿਰ ਕਹਿੰਦੇ ਨੇ ਵੀ ਉਸ ਗੱਲ ਦੇ ਉੱਤੇ ਵਾਦ ਵਿਵਾਦ ਝਗੜਾ ਵੱਧਦਾ ਹੈ। ਨਿਜ ਨਿਜ ਪੱਖ ਪਰ ਜੁਗਤ ਬਨਾਏ। ਜਿਵੇਂ ਹਰ ਇੱਕ ਵਿਅਕਤੀ ਆਪਣੇ ਬਚਾਅ ਵਾਸਤੇ ਕੋਈ ਨਾ ਕੋਈ ਦਲੀਲ ਕੱਢ ਲੈਂਦਾ ਹੈ, ਕੋਈ ਨਾ ਕੋਈ ਜੁਗਤੀ ਕੱਢ ਲੈਂਦਾ ਹੈ, ਕੋਈ ਨਾ ਕੋਈ ਤਰੀਕਾ ਲੱਭ ਲੈਂਦਾ ਵੀ ਆਹ ਗੱਲ ਮੇਰੇ ਹਿਸਾਬ ਨਾਲ ਇਵੇਂ ਠੀਕ ਸੀ, ਮੇਰੇ ਹਿਸਾਬ ਨਾਲ ਇਵੇਂ ਠੀਕ ਸੀ। ਨਾਸਤਕ ਲੋਕ ਜਿਹੜੇ ਆਖਦੇ ਨੇ ਵੀ ਰੱਬ ਕਿਤੇ ਹੈ ਹੀ ਨਹੀਂ, ਉਹਨਾਂ ਕੋਲ ਆਪਣੀਆਂ ਦਲੀਲਾਂ ਨੇ, ਉਹਨਾਂ ਦਲੀਲਾਂ ਦੇ ਸਾਹਮਣੇ ਜਿਹੜੇ ਨੇ ਉਹ ਆਸਤਕ ਲੋਕ ਨਿਰੁੱਤਰ ਹੋ ਜਾਂਦੇ ਨੇ। ਤੇ ਜਦੋਂ ਕਿਤੇ ਇਹ ਆਸਤਕ ਲੋਕ ਭਾਵ ਰੱਬ ਨੂੰ ਪਛਾਣਨ ਵਾਲੇ, ਜਾਣਨ ਵਾਲੇ ਉਦਾਹਰਨ ਦਿੰਦੇ ਨੇ, ਉਦੋਂ ਨਾਸਤਕ ਲੋਕ ਨਿਰੁੱਤਰ ਹੋ ਜਾਂਦੇ ਨੇ। ਆਪੋ ਆਪਣੇ ਬਚਾਅ ਵਿੱਚ ਹਰ ਇੱਕ ਨੇ ਵੱਖੋ ਵੱਖਰੀਆਂ ਦਲੀਲਾਂ ਘੜੀਆਂ ਹੁੰਦੀਆਂ ਨੇ।
ਕਈ ਵਾਰੀ ਕੋਈ ਨਾ ਕੋਈ ਦੋਸ਼ ਮੇਰੇ ਵਿੱਚ ਹੈ, ਕੋਈ ਕਮੀ ਮੇਰੇ ਵਿੱਚ ਹੈ, ਗਲਤੀ ਕੋ ਮੈਂ ਕੀਤੀ ਹੈ, ਤੇ ਉਹ ਦੋਸ਼ ਮੈਂ ਆਪਣਾ ਜਾਣਨ ਦੀ ਬਜਾਏ ਸਮੇਂ ਨੂੰ ਦੋਸ਼ ਦਿੰਦਾ ਹਾਂ, ਕਿਸੇ ਦੂਜੇ ਨੂੰ ਦੋਸ਼ ਦਿੰਦਾ ਹਾਂ। ਜਾਂ ਜਿਵੇਂ ਸੌਖੇ ਸੁਭਾਅ ਦੇ ਤੌਰ 'ਤੇ ਮੈਂ ਅਕਸਰ ਇਹ ਬੇਨਤੀ ਕੀਤੀ ਹੈ ਕਿ ਜਦੋਂ ਕਿਸੇ ਨੂੰ ਅੰਮ੍ਰਿਤ ਵੇਲੇ ਉੱਠਣ ਦਾ ਆਖਿਆ ਜਾਵੇ, ਗੁਰੂ ਘਰ ਦੀ ਹਾਜ਼ਰੀ ਭਰਨ ਵਾਸਤੇ ਆਖਿਆ ਜਾਵੇ, ਬਾਣੀ ਪੜ੍ਹਨ ਵਾਸਤੇ ਆਖਿਆ ਜਾਵੇ, ਤੇ ਸਾਡੇ ਵਿੱਚੋਂ ਬਹੁਤਿਆਂ ਦਾ ਇੱਕੋ ਇੱਕ ਜਵਾਬ ਹੁੰਦਾ ਵੀ ਕਲਯੁਗ ਹੈ ਜੀ, ਕਿੱਥੇ ਉੱਠਿਆ ਜਾਂਦਾ ਹੈ, ਕਿੱਥੇ ਬਾਣੀ ਪੜ੍ਹੀ ਜਾਂਦੀ, ਵੀ ਕਲਯੁਗ ਦਾ ਪੈਰ ਹੈ, ਦੋਸ਼ ਉਹਨੂੰ ਦੇ ਦਿੱਤਾ। ਆਲਸ ਆਪਣੇ ਅੰਦਰ ਹੈ, ਵਿਚਾਰ ਆਪਣੇ ਢਹਿੰਦੀ ਕਲਾ ਵਾਲੇ ਨੇ, ਤੇ ਦੋਸ਼ ਕਿਸੇ ਦੂਜੇ ਪਾਸੇ, ਭਾਵ ਕਿਸੇ ਦੂਜੇ ਥਾਂ ਤੇ ਰੱਖ ਦਿੱਤਾ। ਤੇ ਉਹਨੂੰ ਕੋਈ ਸਵਾਲ ਕਰੇ ਵੀ ਜਿਹੜਾ ਤੂੰ ਸ਼ਾਮ ਵੇਲੇ ਠੇਕੇ ਤੇ ਚਲਿਆ ਜਾਣਾ ਹੈ, ਉਦੋਂ ਇਹ ਸੁਭਾਅ ਤੇ ਤੇਰਾ ਆਪਣਾ ਹੀ ਹੈ ਨਾ। ਤੋ ਕਹਿਣ ਦਾ ਭਾਵ ਅਰਥ ਕੀ ਹੈ ਵੀ ਹਰ ਇੱਕ ਵਿਅਕਤੀ ਆਪਣੇ ਬਚਾਅ ਵਾਸਤੇ ਕੋਈ ਨਾ ਕੋਈ ਰੱਖੀ ਬੈਠਾ ਹੈ, ਕੋਈ ਨਾ ਕੋਈ ਗੱਲ ਸੋਚੀ ਬੈਠਾ ਹੈ। ਤੋ ਇਹ ਤੀਜੇ ਤਰ੍ਹਾਂ ਦੀ ਚਰਚਾ ਵਿੱਚ ਕਵੀ ਸੰਤੋਖ ਸਿੰਘ ਲਿਖਦੇ ਨੇ ਵੀ ਹਜ਼ੂਰ ਆਖਣ ਲੱਗੇ, ਤੀਜੇ ਤਰ੍ਹਾਂ ਦੀ ਚਰਚਾ ਦਾ ਨਾਮ ਜਿਹੜਾ ਇੱਥੇ ਦਿੱਤਾ ਹੈ ਜਲਪ, ਤੇ ਕਹਿੰਦੇ ਨੇ ਵੀ ਇੱਥੇ ਹਰ ਇੱਕ ਵਿਅਕਤੀ ਜਿਹੜਾ ਹੈ ਉਹ ਆਪਣੀ ਮੱਤ ਨੂੰ ਬਿਲਕੁਲ ਸਹੀ ਠਹਿਰਾਉਂਦਾ ਹੈ। ਅਨਕ ਪ੍ਰਮਾਣ ਆਣ ਦ੍ਰਿੜ ਕਰੈ, ਅਨਕ ਪ੍ਰਮਾਣ, ਅਨੇਕਾਂ ਪ੍ਰਮਾਣ ਦੂਜੇ ਨੂੰ ਦ੍ਰਿੜ ਕਰਾਉਣ ਵਾਸਤੇ ਦਿੰਦਾ ਹੈ। ਨਹਿ ਦੋ ਮਨ ਹੈ ਨਹਿ ਮਨ ਤਰੈ, ਪਰ ਕਹਿੰਦੇ ਨੇ ਵੀ ਮਨ ਦੇ ਦੋਵੇਂ ਹੀ ਨਹੀਂ, ਆਪੋ ਆਪਣੀ ਡਫਲੀ ਅਲੱਗ ਵਜਾਉਂਦੇ ਹਨ। ਜਿਉ ਕਿਉ ਅਰਥ ਆਪ ਨੂੰ ਮੰਡ ਹੈ, ਜਿਵੇਂ ਕਿਵੇਂ ਵੀ ਕਰਕੇ ਆਪਣੇ ਆਪਣੇ ਅਰਥ ਤੇ ਹੀ ਟਿਕੇ ਰਹਿੰਦੇ ਹਨ। ਸਹਿ ਪਰਸਪਰ ਪਰ ਕੋ ਖੰਡ ਹੈ, ਦੂਜੇ ਤੇ ਗੁੱਸਾ ਕਰਦੇ ਨੇ, ਦੂਜੇ ਦੇ ਵਿਚਾਰਾਂ ਦਾ ਖੰਡਨ ਕਰਦੇ ਹਨ। ਲਰਹਿ ਕ੍ਰੋਧ ਤੇ ਬੰਧਹਿ ਦ્વੈਖ, ਫਿਰ ਕਈ ਵਾਰੀ ਝਗੜਾ ਕਰਦੇ ਨੇ, ਕ੍ਰੋਧ ਕਰਦੇ ਹਨ, ਗੁੱਸਾ ਕਰਦੇ ਨੇ, ਦ્વੈਖ ਈਰਖਾ ਰੱਖਦੇ ਹਨ। ਜਰਹਿ ਹਿਰਦੇ ਸੁਨ ਜਸ ਕੋ ਦੇਖ, ਕਿਸੇ ਦੂਜੇ ਦਾ ਜਸ ਵੇਖ ਕਰਕੇ ਉਹਨਾਂ ਦਾ ਹਿਰਦਾ ਸੜਦਾ ਹੈ। ਦੁਨੀਆ ਸੰਸਾਰ ਦੇ ਅੰਦਰ ਵਿਚਰਦਿਆਂ ਖਾਸ ਕਰਕੇ ਸਾਡੇ ਆਲੇ ਦੁਆਲੇ ਮੇਰੇ ਵਰਗਿਆਂ ਦਾ ਸੁਭਾਅ ਇਸ ਤਰ੍ਹਾਂ ਦਾ ਹੈ ਵੀ ਕੋਈ ਦੂਜਾ ਕਿਤੇ ਚੜ੍ਹਦੀ ਕਲਾ ਵਿੱਚ ਹੈ, ਦੂਜਾ ਕਿਸੇ ਮੁਕਾਮ ਤੇ ਪਹੁੰਚ ਗਿਆ ਹੈ, ਤੇ ਉਹਨੂੰ ਵੇਖ ਕਰਕੇ ਮੇਰਾ ਅੰਦਰ ਸੜਦਾ ਹੈ ਕਿ ਮੈਂ ਇੱਥੋਂ ਤੱਕ ਨਹੀਂ ਪਹੁੰਚ ਸਕਿਆ। ਹਾਲਾਂਕਿ ਮਿਹਨਤ ਮੇਰੀ ਆਪਣੀ ਘੱਟ ਹੈ, ਕਮਜ਼ੋਰੀ ਮੇਰੀ ਹੈ, ਤੇ ਦੂਜੇ ਨੂੰ ਵੇਖ ਕਰਕੇ ਸੜੀ ਜਾਣਾ ਹੈ। ਇਸ ਤਰ੍ਹਾਂ ਦਾ ਸੁਭਾਅ ਅਕਸਰ ਮਨੁੱਖਾਂ ਦਾ ਬਣਦਾ ਜਾ ਰਿਹਾ ਹੈ। ਤੇ ਮੈਂ ਅਕਸਰ ਇਹ ਬੇਨਤੀ ਕੀਤੀ ਹੈ ਕਿ ਜਦੋਂ ਅਸੀਂ ਧਰਮ ਵਾਲੇ ਪਾਸੇ, ਧਰਮ ਦੇ ਮਾਰਗ ਤੇ ਤੁਰੀਏ ਨਾ, ਤੇ ਉਦੋਂ ਆਪਣੇ ਤੋਂ ਜੋ ਵੱਧ ਦ੍ਰਿੜਤਾ ਵਾਲਾ ਹੈ, ਜੋ ਵੱਧ ਨਿਤਨੇਮੀ ਹੈ, ਸਾਨੂੰ ਉਹਦੇ ਵਾਲੇ ਪਾਸੇ ਵੇਖਣਾ ਚਾਹੀਦਾ ਹੈ। ਪਰ ਅਸੀਂ ਕੀ ਵੇਖਦੇ ਹਾਂ ਵੀ ਜਿਹੜਾ ਸਾਡੇ ਤੋਂ ਜਿਹੜਾ ਵੀ ਹੋਰ ਨੀਵੇਂ ਪੱਧਰ ਵਾਲਾ ਪਾਸੇ ਜਾ ਰਿਹਾ, ਧਰਮ ਵਾਲੇ ਪਾਸੇ ਅਸੀਂ ਉਧਰ ਵੇਖਦੇ ਹਾਂ। ਇਸ ਕਰਕੇ ਅਸੀਂ ਵੀ ਜਿਹੜਾ ਹੈ ਵਿਸ਼ਿਆਂ ਵਿਕਾਰਾਂ ਵਾਲੇ ਪਾਸੇ, ਵੀ ਜੇ ਇਹਨੂੰ ਕੁਝ ਨਹੀਂ ਹੋਇਆ ਤੇ ਮੈਨੂੰ ਕੀ ਹੋਣ ਲੱਗਾ। ਤੇ ਜਦੋਂ ਧਨ ਦੌਲਤ ਨੂੰ ਵੇਖੀਦਾ ਹੈ, ਤੇ ਉਦੋਂ ਅਕਸਰ ਵੇਖਣਾ ਚਾਹੀਦਾ ਹੈ ਵੀ ਜੇ ਮੇਰੇ ਕੋਲ ਅੱਜ 2 ਵਕਤ ਦਾ ਪ੍ਰਸ਼ਾਦਾ ਖਾਣ ਵਾਸਤੇ ਹੈ, ਤੇ ਮੈਨੂੰ ਰੱਬ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ। ਵੀ ਕਿਸੇ ਕੋਲ ਤੇ ਹੋ ਸਕਦਾ ਵੀ ਇੱਕ ਟਾਈਮ ਦਾ ਹੀ ਹੋਵੇ, ਪਰ ਮੈਂ ਧਨ ਵਾਲੇ ਪਾਸੇ ਕੀ ਵੇਖਦਾ ਵੀ ਜਿਹੜਾ ਚੰਗਾ ਚੋਖਾ ਖਾਂਦਾ ਤੇ ਉਹਨੂੰ ਵੇਖ ਕਰਕੇ ਆਪ ਜਿਹੜਾ ਹੈ ਉਹ ਗਿਲਾਨੀ ਵਾਲੇ ਪਾਸੇ ਚਲਿਆ ਜਾਂਦਾ, ਮੇਰੇ ਕੋਲ ਇੰਨਾ ਕਿਉਂ ਨਹੀਂ। ਤੋ ਅਸਲ ਵਿੱਚ ਇਹ ਦੋਵੇਂ ਗੱਲਾਂ ਉਲਟ ਹੋਣੀਆਂ ਚਾਹੀਦੀਆਂ ਨੇ। ਧਰਮ ਵੇਖਣਾ ਤੇ ਆਪਣੇ ਤੋਂ ਉੱਚੇ ਦਾ, ਨਿਤਨੇਮੀ ਦਾ, ਸਹਿਜ ਪਾਠ ਕਰਨ ਵਾਲੇ ਦਾ, ਸੇਵਾ ਕਰਨ ਵਾਲੇ ਦਾ, ਤੇ ਧਨ ਵੇਖੀ ਤੇ ਆਪਣੇ ਤੋਂ ਜਿਹੜਾ ਘੱਟ ਵਾਲਾ ਹੈ, ਤਾਂ ਕਿ ਸਾਡੇ ਅੰਦਰ ਕੋਈ ਨਾ ਕੁਝ ਸਬਰ ਬਣੇ ਵੀ ਮੇਰੇ ਕੋਲ ਇੰਨਾ ਤੇ ਹੈ, ਕਿਸੇ ਕੋਲ ਇੰਨਾ ਵੀ ਨਹੀਂ। ਤੋ ਇਵੇਂ ਕਹਿੰਦੇ ਨੇ ਵੀ ਬਹੁਤੇ ਮਨੁੱਖਾਂ ਦੀ ਸੋਚ ਇਸ ਤਰ੍ਹਾਂ ਦੀ ਹੈ, ਜਿਹੜੇ ਜਲਪ ਚਰਚਾ ਵਿੱਚ ਜੁੜੇ ਹੋਏ ਨੇ, ਉਹ ਕਿਸੇ ਦੂਜੇ ਦੇ ਕਾਮਯਾਬੀ ਉੱਤੇ ਈਰਖਾ ਸਾੜਾ ਰੱਖਦੇ ਹਨ। ਸੋ ਗੁਰ ਸਿੱਖ ਨਾ ਅੰਗੀਕਾਰ ਹੈ, ਤੇ ਗੁਰੂ ਸਾਹਿਬ ਜੀ ਆਖਦੇ ਨੇ ਵੀ ਇਹੋ ਜੀ ਵਿਚਾਰ ਚਰਚਾ ਗੁਰੂ ਕੇ ਸਿੱਖ ਅੰਗ ਨਹੀਂ ਲਾਉਂਦੇ, ਮੰਨਦੇ ਨਹੀਂ। ਨਿਮਰ ਨਾ ਮਨ ਹੋਏ ਕਾਰ ਹੈ, ਕਿਉਂਕਿ ਇਹਦੇ ਨਾਲ ਮਨ ਵਿੱਚ ਨਿਮਰਤਾ ਨਹੀਂ ਆਉਂਦੀ, ਸਗੋਂ ਵੈਰ ਵੱਧਦਾ ਹੈ। ਚੌਥੀ ਚਰਚਾ ਹੋਤ ਵਿਤੰਡਾ, ਚੌਥੀ ਚਰਚਾ ਦਾ ਨਾਮ ਲਿਖਿਆ ਵਿਤੰਡਾ। ਇਥੋਂ ਗੁਰੂ ਸਾਹਿਬ ਜੀ ਚੌਥੀ ਚਰਚਾ ਦੀ ਗੱਲ ਕਰਦੇ ਹਨ। ਖੰਡਨ ਮਹਿ ਨਿਤ ਹੋਤ ਪ੍ਰਚੰਡਾ, ਕਹਿੰਦੇ ਨੇ ਵੀ ਇਸ ਵਿੱਚ ਵੀ ਖੰਡਨ ਵਾਲੇ ਪਾਸੇ ਹੀ
ਆਲੋਚਨਾ ਵਾਲੇ ਪਾਸੇ ਹੀ ਮਨੁੱਖ ਤੁਰਦਾ ਹੈ। ਆਪਣੀ ਮਤ ਵਿਸ਼ੇਸ਼ ਨਹਿ ਅਹੈ। ਆਪਣੀ ਮਤ ਨੂੰ ਕਹਿੰਦੇ ਨੇ ਵੀ ਵਿਸ਼ੇਸ਼ ਨਹਿ ਇਹ, ਆਪਣੀ ਮਤ ਨੂੰ ਵਿਸ਼ੇਸ਼ ਨਾ ਜਾਣੇ। ਨਹਿ ਮੰਨ ਹੈ ਜੇ ਦੂਸਰ ਕਹੈ। ਕਿਸੇ ਦੂਜੇ ਦੀ ਕਹੀ ਹੋਈ ਗੱਲ ਨਹੀਂ ਮੰਨਦਾ। ਪਠ ਨਿਹਾਰ ਜੇ ਸਗਰੇ ਲੋਕ। ਕਹਿੰਦੇ ਨੇ ਵੀ ਜੋ ਪੜਨ ਵਾਲੇ ਨੇ, ਪਠਨਹਾਰ ਵਾਲੇ ਸਾਰੇ ਲੋਕ, ਦੁਖ ਹੈ ਅਦਕ ਜਿਨ ਜਬਹਿ ਬਲੋਕ। ਜਦੋਂ ਉਹਨਾਂ ਵਿੱਚ ਜਾ ਕਰਕੇ ਗੱਲਾਂ ਕਰਦਾ ਤੇ ਉਹ ਵੀ ਦੁਖੀ ਹੁੰਦੇ ਹਨ। ਇਹ ਵੀ ਸਤਿਗੁਰ ਕੇ ਸਿੱਖ ਤਿਆਗ ਹੈ। ਤਾਂ ਹਜ਼ੂਰ ਆਖਦੇ ਨੇ ਵੀ ਇਹੋ ਜੀ ਚਰਚਾ ਵੀ ਜਿਹੜੀ ਫਿਰ ਸਿਰਫ ਤੇ ਸਿਰਫ ਝਗੜਾ ਪੈਦਾ ਕਰੇ, ਇਹਦਾ ਗੁਰੂ ਕੇ ਸਿੱਖ ਖਹਿੜਾ ਛੱਡਦੇ ਹਨ। ਸਾਰ ਕਹੈ ਸ਼ੁਭ ਕੋ ਅਨੁਰਾਗ ਹੈ। ਸਗੋਂ ਕਹਿੰਦੇ ਨੇ ਵੀ ਸ੍ਰੇਸ਼ਟ ਗੁਣਾਂ ਵਾਲੀ ਚਰਚਾ ਵਿਚਾਰ ਆਪਣੇ ਅੰਦਰ ਧਾਰਨ ਕਰਦੇ ਨੇ, ਜਿੰਦੇ ਨਾਲ ਪ੍ਰੇਮ ਵਧੇ। ਕਿਸ ਕੋ ਮਨ ਕਬ ਨਹੀਂ ਦੁਖਾਵ ਹੈ। ਕਦੀ ਕਿਸੇ ਦਾ ਮਨ ਨਹੀਂ ਦਿਖਾਉਂਦੇ। ਬਾਬਾ ਫਰੀਦ ਸਾਹਿਬ ਦਾ ਇੱਕ ਬਚਨ ਚੇਤੇ ਆਉਂਦਾ ਹੈ। ਬਾਬਾ ਫਰੀਦ ਸਾਹਿਬ ਇੱਕ ਰਹਿਮਤ ਕਰਕੇ ਬਚਨ ਸਾਨੂੰ ਸਾਡੀ ਝੋਲੀ ਪਾਉਂਦੇ ਨੇ। ਉਹ ਆਖਦੇ ਨੇ, ਹੇ ਫਰੀਦ, ਜੇ ਤੂੰ ਚਾਹੁੰਦਾ ਪਰਮਾਤਮਾ ਨੂੰ ਮਿਲਣਾ, ਜੇ ਤੇਰੇ ਅੰਦਰ ਉਸ ਦੇ ਮਿਲਾਪ ਦੀ ਖਿੱਚ ਹੈ, ਤਾਂਘ ਹੈ, ਤੇ ਇੱਕ ਗੱਲ ਦਾ ਖਾਸ ਤੌਰ ਤੇ ਖਿਆਲ ਰੱਖੀ ਵੀ ਤੂੰ ਇਹੋ ਜਿਹਾ ਬੋਲ ਕਦੇ ਨਾ ਬੋਲੀ ਜਿਸ ਨਾਲ ਕਿਸੇ ਦੂਜੇ ਦਾ ਹਿਰਦਾ ਦੁਖੇ, ਜਿਸ ਨਾਲ ਕਿਸੇ ਦੂਜੇ ਦਾ ਹਿਰਦਾ ਦੁਖੇ। ਤੇ ਇਹ ਬਚਨ ਚੇਤੇ ਰੱਖੀਏ। ਫਰੀਦ ਸਾਹਿਬ ਜੀ ਆਖਦੇ ਨੇ, ਜੇ ਤਉ ਪ੍ਰਿਆ ਦੀ ਸਿੱਖ ਹਿਆਉ ਨਾ ਠਾਹੇ ਕਹੀਦਾ। ਜੇ ਤੈਨੂੰ ਪਿਆਰੇ ਨੂੰ ਮਿਲਣ ਦੀ ਸਿੱਖ ਹੈ ਨਾ, ਖਿੱਚ ਹੈ, ਤਾਂਘ ਹੈ, ਜੇ ਮਿਲਣਾ ਚਾਹੁੰਦਾ ਤੇ ਕਦੀ ਵੀ ਕਿਸੇ ਦਾ ਹਿਰਦਾ ਨਾ ਦੁਖਾਵੀਂ। ਬੁਰੇ ਬੋਲ ਨਾ ਬੋਲਣੀ, ਫਿੱਕੇ ਬੋਲ ਨਾ ਬੋਲਣੀ, ਹਮੇਸ਼ਾ ਮਿਠਾਸ ਵਾਲਾ ਬੋਲ, ਮਿੱਠਾ ਬੋਲ। ਤੇ ਮੈਂ ਅਕਸਰ ਬੇਨਤੀ ਕੀਤੀ ਹੈ ਕਿ ਗੁਰੂ ਕੇ ਸਿੱਖ ਦੇ ਅੰਦਰ ਮਿਠਾਸ ਹੋਣੀ ਬੜੀ ਜ਼ਰੂਰੀ ਹੈ। ਕਿਉਂ? ਕਿਉਂਕਿ ਸਿੱਖ ਜਿਸ ਗੁਰੂ ਦਾ ਹੈ ਤੇ ਜਿਸ ਗੁਰੂ ਨੇ ਆਪ ਰਹਿਮਤ ਕਰਕੇ ਅਕਾਲ ਪੁਰਖ ਦੇ ਸੁਭਾਅ ਨੂੰ ਬਿਆਨ ਕੀਤਾ ਤੇ ਆਖਿਆ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ। ਜਿਸ ਦਾ ਸੁਆਮੀ ਮਿੱਠ ਬੋਲੜਾ ਹੈ, ਉਹਦਾ ਸੇਵਕ ਕੁਰਖਾ ਕਿਉਂ ਬੋਲੇ ਬਈ? ਜਿਸ ਦਾ ਸੁਆਮੀ ਮਿੱਠ ਬੋਲੜਾ ਹੈ, ਉਹਦਾ ਸੇਵਕ ਵੀ ਮਿੱਠ ਬੋਲੜਾ ਹੀ ਹੋਵੇ। ਉਹਦੇ ਸੇਵਕ ਵਿੱਚ ਵੀ ਪੂਰਨ ਤੌਰ ਤੇ ਮਿਠਾਸ ਵਾਲੇ ਬੋਲ ਹੋਣ, ਮਿਠਾਸ ਵਾਲੇ ਬਚਨ ਹੋਣ। ਤੋ ਬਾਬਾ ਫਰੀਦ ਸਾਹਿਬ ਜਿਹੜੀ ਗੱਲ ਕਰਦੇ ਨੇ ਵੀ ਜੇ ਤੋ ਪ੍ਰਿਆ ਦੀ ਸਿੱਖ ਹਿਆਉ ਨਾ ਠਾਹੇ ਕਹੀਦਾ, ਜੇ ਪਿਆਰੇ ਨੂੰ ਪਰਮਾਤਮਾ ਨੂੰ ਮਿਲਣ ਦੀ ਤਾਂ ਖਿੱਚ ਅੰਦਰ ਬਣਾਈ ਹੈ ਨਾ, ਤੇ ਇਸ ਮਾਰਗ ਇਸ ਰਸਤੇ ਤੇ ਤੁਰਦਿਆਂ ਕਿਸੇ ਦਾ ਹਿਰਦਾ ਨਾ ਦੁਖਾਵੀਂ। ਤੋ ਕਵੀ ਜੀ ਇੱਥੇ ਲਿਖਦੇ ਨੇ ਵੀ ਗੁਰੂ ਸਾਹਿਬ ਆਖਦੇ ਨੇ ਗੁਰੂ ਕੇ ਸਿੱਖਾਂ ਵਿੱਚ ਇਹ ਵਿਸ਼ੇਸ਼ ਗੁਣ ਹੋਵੇ ਕਿ ਉਹ ਕਦੀ ਕਿਸੇ ਦਾ ਹਿਰਦਾ ਨਾ ਦੁਖਾਵਣ। ਔਰ ਪ੍ਰਸੰਨਤਾ ਸਭਨ ਉਪਾਵ ਹੈ। ਸਗੋਂ ਆਪਣੇ ਹਿਰਦੇ ਵਿੱਚ ਸਾਰਿਆਂ ਦੇ ਪ੍ਰਤੀ ਮਿੱਠਾ ਸੁਭਾਅ ਤੇ ਪ੍ਰਸੰਨਤਾ ਵਾਲਾ ਸੁਭਾਅ ਵੇਖਣ। ਕਿਸੇ ਦੂਜੇ ਨੂੰ ਵੇਖ ਕਰਕੇ ਸਾੜਾ ਨਾ ਕਰਨ, ਮੱਥੇ ਤੇ ਤਿਉੜੀਆਂ ਨਾ ਪਾ ਲੈਣ, ਸਗੋਂ ਅੰਦਰ ਦੀ ਵੀ ਪ੍ਰਸੰਨਤਾ ਲੈ ਕਰਕੇ ਰੱਖਣ। ਸ੍ਰੀ ਮੁਕਤੇ ਸੁਨ ਕੈ ਸ਼ੁਭ ਬਾਣੀ। ਤੋ ਇਸ ਤਰ੍ਹਾਂ ਸ਼ੁਭ ਪਵਿੱਤਰ ਬਾਣੀ, ਜੀਵਨ ਦੇਣ ਵਾਲੀ ਬਾਣੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਪਾਤਸ਼ਾਹ ਜੀ ਦੇ ਮੁਖੋਂ ਇਹਨਾਂ ਸਿੱਖਾਂ ਨੇ ਸੁਣੀ ਹੈ। ਸਿੱਖਨ ਧਰ ਸ਼ਰਧਾ ਔਰ ਆਨੀ। ਤੇ ਸੁਣ ਕਰਕੇ ਇਹਨਾਂ ਸਿੱਖਾਂ ਨੇ ਹਿਰਦੇ ਵਿੱਚ ਸ਼ਰਧਾ, ਭਰੋਸਾ ਧਾਰਨ ਕੀਤਾ ਹੈ। ਇੱਕ ਜਮਾਲ ਜਹ ਨਾਮ ਸੋ ਆਇਓ। ਇੱਕ ਹੋਰ ਸਿੱਖ ਜਿਸ ਦਾ ਨਾਮ ਭਾਈ ਜਮਾਲ ਕਰਕੇ ਲਿਖਿਆ ਜਾਂਦਾ ਹੈ, ਉਹ ਵੀ ਸਤਿਗੁਰੂ ਦੇ ਚਰਨੀ ਆਇਆ ਹੈ। ਸ੍ਰੀ ਸਤਿਗੁਰ ਕੋ ਸੀਸ ਨਵਾਇਓ। ਆ ਕਰਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਤੇ ਸੀਸ ਝੁਕਾਇਆ ਹੈ। ਬੈਠ ਸਮੀਪ ਭਾਉ ਕੋ ਧਾਰਾ। ਸਤਿਗੁਰੂ ਦੇ ਨੇੜੇ ਬੈਠ ਕਰਕੇ, ਸਮੀਪ ਨੇੜੇ ਬੈਠ ਕਰਕੇ, ਭਾਉ ਕੋ ਧਾਰਾ, ਆਪਣੇ ਅੰਦਰ ਪ੍ਰੇਮ ਲਿਆਂਦਾ ਹੈ। ਇਸ ਪੰਕਤੀ ਤੋਂ ਇੱਕ ਬੇਨਤੀ ਆਪ ਸਮੁੱਚੀਆਂ ਸੰਗਤਾਂ ਦੇ ਚਰਨਾਂ ਵਿੱਚ ਕਰਨ ਲੱਗਾ ਹਾਂ। ਕਵੀ ਜੀ ਲਿਖਦੇ ਨੇ ਵੀ ਇਹ ਸਿੱਖ ਜਿਸ ਦਾ ਨਾਮ ਭਾਈ ਜਮਾਲ ਹੈ, ਇਹ ਸਤਿਗੁਰੂ ਜੀ ਦੇ ਦਰਸ਼ਨ ਦੀਦਾਰ ਕਰਕੇ ਤੇ ਲਿਖਿਆ ਵੀ ਸਮੀਪ ਕੋਲ ਬੈਠਾ ਹੈ। ਜਦੋਂ ਅਸੀਂ ਸੰਗਤ ਵਿੱਚ ਆਉਂਦੇ ਹਾਂ
ਤੇ ਸਾਡਾ ਸੁਭਾਅ ਕੁਝ ਇਸ ਤਰ੍ਹਾਂ ਦਾ ਵੀ ਅਸੀਂ ਬਿਲਕੁਲ ਪਿੱਛੇ ਕੋਨੇ ਵਾਲੀ ਜਗ੍ਹਾ ਲੱਭਦੇ ਹਾਂ, ਬਿਲਕੁਲ ਦੂਰੀ ਤੇ ਜਾ ਕਰਕੇ ਬਹਿੰਦੇ ਹਾਂ, ਸਾਨੂੰ ਨੇੜੇ ਹੋ ਕਰਕੇ ਬੈਠਣਾ ਨਹੀਂ ਆਉਂਦਾ। ਸੰਗਤ ਵਿੱਚ ਜਦੋਂ ਸੰਗਤ ਦਾ ਦੀਵਾਨ ਸਜਿਆ ਹੁੰਦਾ ਤੇ ਅਸੀਂ ਲਗਭਗ ਪਿਛਲੇ ਪਾਸੇ ਤੋਂ ਬੈਠਣਾ ਸ਼ੁਰੂ ਕਰਦੇ ਹਾਂ, ਅਗਲੇ ਪਾਸੇ ਤੋਂ ਨਹੀਂ ਬਹਿੰਦੇ। ਕੋਸ਼ਿਸ਼ ਸਾਡੀ ਇਹ ਹੋਵੇ, ਯਤਨ ਇਹ ਹੋਵੇ ਵੀ ਅਸੀਂ ਗੁਰੂ ਦੇ ਨੇੜੇ ਹੋ ਕਰਕੇ ਬੈਠੀਏ। ਜਿੰਨਾ ਅਭਿਆਸ ਸਾਡਾ ਸਰੀਰ ਕਰਕੇ ਨੇੜੇ ਦਾ ਹੋਵੇਗਾ, ਉਹਨਾਂ ਅਸੀਂ ਮਨ ਕਰਕੇ ਵੀ ਨੇੜੇ ਹੋਵਾਂਗੇ। ਇਹਨੂੰ ਕਿਸੇ ਕਰਮ ਕਾਂਡ ਵਿੱਚ ਨਾ ਲੈ ਲੈਣਾ। ਮੈਂ ਸਿਰਫ ਬੇਨਤੀ ਕਰਨਾ ਵੀ ਸੰਗਤ ਵਿੱਚ ਬੈਠਣ ਦਾ ਸਾਡਾ ਤਰੀਕਾ ਜਿਹੜਾ ਹੈ ਉਹ ਗੁਰੂ ਸਾਹਿਬ ਦੇ ਨੇੜੇ ਹੋ ਕਰਕੇ, ਗੁਰੂ ਸਾਹਿਬ ਦੇ ਕੋਲ ਹੋ ਕਰਕੇ, ਜਿੱਥੇ ਬਾਣੀ ਦਾ ਕੀਰਤਨ ਹੋ ਰਿਹਾ ਹੈ ਉਹਦੀ ਆਵਾਜ਼ ਚੰਗੀ ਤਰ੍ਹਾਂ ਸਾਨੂੰ ਸੁਣ ਸਕੇ, ਅਸੀਂ ਸਮਝ ਸਕੀਏ। ਇਸ ਤਰ੍ਹਾਂ ਜਗ੍ਹਾ ਦੀ ਚੋਣ ਗੁਰੂ ਸਾਹਿਬ ਦੇ ਨੇੜੇ ਹੋ ਕਰਕੇ ਬੈਠ ਕਰਕੇ ਕਰਨੀ ਹੈ। ਤਾਂ ਕਵੀ ਜੀ ਲਿਖਦੇ ਨੇ ਕਿ ਇਹ ਭਾਈ ਜਮਾਲ ਜਿਹੜਾ ਹੈ ਸਤਿਗੁਰੂ ਜੀ ਦੇ ਸਮੀਪ ਨੇੜੇ ਹੋ ਕਰਕੇ ਬੈਠਾ ਹੈ। ਇੱਕ ਨਾਲ ਅੱਖਰ ਅੱਗੇ ਹੋਰ ਹੈ ਭਾਓ, ਉਹਨੇ ਅੰਦਰ ਪ੍ਰੇਮ ਵੀ ਧਾਰਨ ਕੀਤਾ ਹੈ। ਕਈ ਸਾਡੇ ਵਰਗੇ ਖਾਸ ਤੌਰ ਤੇ ਗੁਰੂ ਦੇ ਨੇੜੇ ਹੀ ਨਹੀਂ ਬਲਕਿ ਗੁਰੂ ਕੀ ਗੋਦ ਵਿੱਚ ਬੈਠੇ ਹੁੰਦੇ ਨੇ, ਪਰ ਕਮੀ ਇਹ ਹੈ ਵੀ ਅੰਦਰ ਭਾਓ ਕੋਈ ਨਹੀਂ ਹੁੰਦਾ, ਅੰਦਰ ਪ੍ਰੇਮ ਕੋਈ ਨਹੀਂ ਹੁੰਦਾ। ਸਰੀਰ ਕਰਕੇ ਬਹੁਤੇ ਨੇੜੇ ਜਿਹੜੇ ਬਹਿੰਦੇ ਨੇ, ਕਈ ਵਾਰ ਐਸਾ ਹੁੰਦਾ ਵੀ ਉਹਨਾਂ ਦੇ ਅੰਦਰ ਭਾਓ ਨਹੀਂ ਹੁੰਦਾ। ਤੇ ਮੈਂ ਅਕਸਰ ਗੁਰੂ ਚਰਨਾਂ ਵਿੱਚ ਇੱਕ ਬੇਨਤੀ ਜ਼ਰੂਰ ਰੱਖੀ ਹੈ ਕਿ ਸਤਿਗੁਰੂ ਮਿਹਰ ਕਰੀ, ਜਿੰਨਾ ਅਸੀਂ ਸਾਡੇ ਵਰਗੇ ਤੁਹਾਡੇ ਨੇੜੇ ਹੋ ਕਰਕੇ ਬੈਠਦੇ ਨੇ, ਮਿਹਰ ਕਰਿਓ ਸਾਡਾ ਮਨ ਵੀ ਓਨਾ ਹੀ ਨੇੜੇ ਹੋ ਜਾਵੇ, ਸਾਡਾ ਮਨ ਵੀ ਓਨਾ ਹੀ ਨੇੜੇ ਹੋ ਜਾਵੇ। ਇੱਕ ਬੇਨਤੀ ਕਹਿਣ ਲੱਗਾ ਇਤਿਹਾਸ ਵਿੱਚੋਂ, ਜਿਹੜੇ ਆਪਣੇ ਅੰਦਰ ਭਾਉ ਨਹੀਂ ਧਾਰਨ ਕਰਦੇ, ਪ੍ਰੇਮ ਨਹੀਂ ਧਾਰਨ ਕਰਦੇ, ਪਰ ਗੁਰੂ ਦੇ ਨੇੜੇ ਹੋ ਕਰਕੇ ਬਹਿੰਦੇ ਤੇ ਹਨ, ਉਸ ਪ੍ਰੇਮ ਦੀ ਅਣਹੋਂਦ ਦੇ ਕਾਰਨ ਕਰਕੇ ਉਹ ਨੇੜੇ ਬੈਠੇ ਵੀ ਖਾਲੀ ਰਹਿ ਜਾਂਦੇ ਨੇ। ਕਿਵੇਂ? ਭਗਤ ਕਬੀਰ ਸਾਹਿਬ ਜੀ ਦਾ ਪਵਿੱਤਰ ਸ਼ਲੋਕ, ਕਬੀਰ ਸਾਹਿਬ ਆਖਦੇ ਨੇ ਕਿ ਚੰਦਨ ਦੇ ਬੂਟੇ ਦੇ ਨੇੜੇ ਛੋਟਾ ਜਿਹਾ ਘਾਹ ਦਾ ਤੀਲਾ ਵੀ ਉੱਗਿਆ ਹੋਵੇ ਨਾ, ਤੇ ਉਹ ਘਾਹ ਦਾ ਤੀਲਾ ਵੀ ਜਿਹੜਾ ਹੈ ਚੰਦਨ ਉਸ ਨੂੰ ਆਪਣੀ ਸੁਗੰਧੀ ਦੇ ਕਰਕੇ ਚੰਦਨ ਦੀ ਖੁਸ਼ਬੂ ਦੇ ਅੰਦਰ ਵੀ ਪੈਦਾ ਹੋ ਜਾਂਦੀ ਹੈ। ਪਰ ਬਾਂਸ ਦਾ ਦਰਖਤ ਉਸ ਚੰਦਨ ਦੀ ਕਿਤੇ ਜੜ ਦੇ ਬਿਲਕੁਲ ਨੇੜੇ ਵੀ ਉੱਗਿਆ ਹੋਵੇ ਨਾ, ਤੇ ਉਹਦੇ ਵਿੱਚ ਸੁਗੰਧੀ ਨਹੀਂ ਆਉਂਦੀ। ਚੰਦਨ ਕੈ ਨਿਕਟੈ ਬਸੈ, ਬਾਂਸ ਸੁਗੰਧ ਨਾ ਹੋਏ। ਉਹ ਕਾਰਨ ਕੀ ਹੈ ਵੀ ਬਾਂਸ ਵਿੱਚ ਸੁਗੰਧੀ ਕਿਉਂ ਨਹੀਂ? ਹਾਲਾਂਕਿ ਤੇ ਕੁਦਰਤੀ ਇੱਕ ਸੁਭਾਅ ਹੈ, ਪਰ ਇੱਕ ਉਦਾਹਰਨ ਜੋ ਬਾਣੀ ਨੇ ਸਾਨੂੰ ਦਿੱਤੀ ਹੈ, ਸਾਨੂੰ ਸਮਝਣੀ ਤੇ ਜਾਚਣੀ ਜ਼ਰੂਰ ਚਾਹੀਦੀ ਹੈ। ਉਹ ਇਸ ਤਰ੍ਹਾਂ ਸੁਭਾਅ ਅਖਰ ਕਰਦੇ ਨੇ ਵੀ ਘਾਹ ਦਾ ਛੋਟਾ ਜਿਹਾ ਤੀਲਾ ਜਿਹੜਾ ਹੈ ਉਹ ਬਿਲਕੁਲ ਛੋਟੇ ਕੱਦ ਵਾਲਾ ਹੈ, ਬਿਲਕੁਲ ਛੋਟਾ ਹੈ, ਇਹਨੂੰ ਕਹਿ ਲਈ ਵੀ ਨਿਮਰਤਾ ਰੂਪ ਵਿੱਚ ਹੈ ਤੇ ਤਾਂ ਚੰਦਨ ਦੀ ਸੁਗੰਧੀ ਲੈ ਲੈਂਦਾ ਹੈ। ਬਾਂਸ ਦਾ ਦਰਖਤ ਜਿਹੜਾ ਹੈ ਉਹ ਬਹੁਤ ਉੱਚਾ ਕੱਦ ਕਾਠ ਚਲਿਆ ਜਾਂਦਾ ਹੈ, ਇਹਨੂੰ ਲੈ ਲਈ ਵੀ ਹੰਕਾਰੀ ਬਿਰਤੀ ਵਾਲਾ, ਇਸ ਕਰਕੇ ਤਾਂ ਖੁਸ਼ਬੂ ਨਹੀਂ ਲੈ ਪਾਉਂਦਾ, ਤਾਂ ਸੁਗੰਧੀ ਨਹੀਂ ਲੈ ਪਾਉਂਦਾ। ਔਰ ਸੱਚਮੁੱਚ ਇਤਿਹਾਸ ਵਿੱਚ ਐਸਾ ਹੋਇਆ ਹੈ। ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਚੰਦਨ ਰੂਪ, ਪਰ ਬਾਬਾ ਪ੍ਰਿਥੀ ਚੰਦ ਵਰਗੇ ਬਾਂਸ ਰੂਪ ਹੋ ਕਰਕੇ ਕੋਈ ਸੁਗੰਧੀ ਨਹੀਂ ਲੈ ਸਕੇ, ਖਾਲੀ ਰਹਿ ਗਏ। ਇਸ ਕਰਕੇ ਗੁਰੂ ਚਰਨਾਂ ਵਿੱਚ ਜ਼ਰੂਰ ਅਸੀਂ ਬੇਨਤੀ ਕਰੀਏ ਵੀ ਸਤਿਗੁਰੂ ਜੀ, ਸਰੀਰ ਕਰਕੇ ਤੇ ਅਸੀਂ ਦਰਬਾਰ ਵਿੱਚ ਆ ਗਏ ਹਾਂ, ਗੋਦ ਵਿੱਚ ਬੈਠ ਗਏ ਹਾਂ, ਨੇੜੇ ਹੋ ਕੇ ਬੈਠ ਗਏ ਹਾਂ, ਅੰਦਰ ਸਾਡੇ ਭਾਉ ਵੀ ਪੈਦਾ ਹੋਵੇ, ਪ੍ਰੇਮ ਵੀ ਪੈਦਾ ਹੋਵੇ, ਤੇ ਮਨ ਵੀ ਸੱਚਮੁੱਚ ਤੁਹਾਡੀ ਅਧੀਨਗੀ ਕਬੂਲ ਲਵੇ। ਇਹ ਬੜਾ ਜ਼ਰੂਰੀ ਯਤਨ ਸਾਨੂੰ ਕਰਨਾ ਚਾਹੀਦਾ ਹੈ। ਤੋ ਭਾਈ ਜਮਾਲ ਸਤਿਗੁਰੂ ਜੀ ਦੇ ਸਮੀਪ ਨੇੜੇ ਹੋ ਕਰਕੇ ਬੈਠਾ ਤੇ ਅੱਗੇ ਭਾਉ ਧਾਰਿਆ ਹੈ, ਅੰਦਰ ਪ੍ਰੇਮ ਧਾਰਨ ਕੀਤਾ ਹੈ। ਲੇਤੋ ਭਇਓ ਪ੍ਰਸਾਦ ਵਰਤਾਰਾ, ਕਹਿੰਦੇ ਨੇ ਵੀ ਉਸ ਵੇਲੇ ਪ੍ਰਸਾਦ ਵਰਤਾਇਆ ਜਾ ਰਿਹਾ ਹੈ। ਦੇਖ ਪ੍ਰਭਾ ਸਤਿਗੁਰ ਕੀ ਮੋਹਾ, ਉਹਨੇ ਸਤਿਗੁਰੂ ਦੇ ਚਰਨਾਂ ਤੇ ਧਿਆਨ ਧਰਿਆ ਹੈ, ਸਤਿਗੁਰੂ ਦਾ ਦਰਸ਼ਨ ਦੀਦਾਰ ਕੀਤਾ ਹੈ ਤੇ ਸਤਿਗੁਰੂ ਦੇ ਦਰਸ਼ਨ ਦੀਦਾਰਿਆਂ ਵਿੱਚ ਮੋਹਿਆ ਗਿਆ। ਸੁੰਦਰ ਸੀਤਲ ਸਸ ਸਮ ਸੋਹਾ, ਸਤਿਗੁਰੂ ਦਾ ਸੋਹਣਾ ਸੁੰਦਰ ਸਰੂਪ ਜਿਹੜਾ ਹੈ ਉਹ ਚੰਦਰਮਾ ਦੇ ਵਾਂਗ ਚਮਕ ਰਿਹਾ ਹੈ। ਸਤਿਗੁਰੂ ਵਾਸਤੇ, ਗੁਰੂ ਵਾਸਤੇ ਵੱਡੀ ਵਡਿਆਈ ਰੂਪ ਅੱਖਰ ਜਿਹੜੇ ਨੇ ਉਹ ਗੁਰੂ ਸਾਹਿਬਾਨਾਂ ਨੇ, ਭਗਤ ਸਾਹਿਬਾਨਾਂ ਨੇ, ਭੱਟ ਸਾਹਿਬਾਨਾਂ ਨੇ ਰੱਖੇ ਨੇ। ਸਤਿਗੁਰੂ ਵਾਸਤੇ ਸੂਰਜ ਰੂਪ ਵੀ ਉਦਾਹਰਨ ਵਜੋਂ
ਸੁਭਾਈਮਾਨ ਕੀਤਾ ਤੇ ਚੰਦਰਮਾ ਰੂਪ ਵੀ ਕੀਤਾ ਹੈ। ਤੋ ਚੰਦਰਮੇ ਦਾ ਇਹ ਸੋਹਣਾ ਗੁਣ, ਸੀਤਲਤਾ ਵਾਲਾ ਠੰਡਾ ਗੁਣ, ਇਸ ਨੂੰ ਤੱਕ ਕਰਕੇ ਇਹ ਅੱਖਰ ਜਿਹੜਾ ਹੈ ਉਹ ਉਪਮਾ ਦੇ ਤੌਰ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨਾਲ ਰੱਖਿਆ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਵਾਂਗ ਚੰਦਰ ਵਰਗੇ ਸੋਹਣੇ ਭਾਵ ਉਹਨਾਂ ਦਾ ਵਿਚਾਰ ਸੋਹਣਾ, ਤੇ ਉਹਨੂੰ ਵੇਖ ਕਰਕੇ ਸੰਗਤ ਸਿੱਖ ਮੋਹੇ ਜਾਂਦੇ ਹਨ। ਹਾਥ ਜੋਰ ਅਰਦਾਸ ਉਚਾਰੀ, ਉਹਨੇ ਹੱਥ ਜੋੜ ਕਰਕੇ ਬੇਨਤੀ ਕੀਤੀ, ਮੈਂ ਅਬ ਆਇਓ ਸ਼ਰਨ ਤੁਮਾਰੀ। ਹੇ ਸਤਿਗੁਰੂ ਜੀ, ਮੈਂ ਤੁਹਾਡੀ ਸ਼ਰਨ ਆਇਆ ਹਾਂ। ਸਿੱਖ ਆਪਨੋ ਮੋਹਿ ਬਨਾਵੋ, ਮੈਨੂੰ ਆਪਣਾ ਸਿੱਖ ਬਣਾਵੋ ਜੀ। ਸੁਖਦਾਨੀ ਉਪਦੇਸ਼ ਬਤਾਵੋ, ਉਹ ਉਪਦੇਸ਼ ਦੱਸੋ ਜਿਸ ਦਾ ਨਾਲ ਮੈਨੂੰ ਸੁਖ ਮਿਲੇ। ਪੂਰਬ ਮਹਿਮਾ ਸੁਨੀ ਤੁਮਾਰੀ, ਤੁਹਾਡੀ ਪਹਿਲਾਂ ਵੀ ਮੈਂ ਬਹੁਤ ਮਹਿਮਾ ਸੁਣੀ ਹੈ। ਅਬ ਮੈਂ ਆਨ ਹਜੂਰ ਨਿਹਾਰੀ, ਹੁਣ ਮੈਂ ਤੁਹਾਡੀ ਹਜ਼ੂਰੀ ਆਇਆ ਤੇ ਆ ਕਰਕੇ ਤੁਹਾਨੂੰ ਵੇਖਿਆ, ਤੁਹਾਡੇ ਦਰਸ਼ਨ ਕੀਤੇ ਹਨ। ਪਰਿਉ ਰਹੇਗੋ ਰਾਵਰ ਸ਼ਰਨੀ, ਤੁਸੀਂ ਮਿਹਰ ਕਰੋ, ਮੈਂ ਸਦਾ ਹੀ ਤੁਹਾਡੀ ਸ਼ਰਨ ਵਿੱਚ ਪਿਆ ਰਹਾਂਗਾ। ਕਹੋ ਬਦਨਾ ਤੇ ਕਰੋ ਸੋ ਕਰਨੀ, ਆਪਣੇ ਮੁਖ ਤੋਂ ਜੋ ਬਚਨ ਆਖੋਗੇ ਉਹੀ ਕਰਾਂਗਾ। ਸ਼੍ਰੀ ਮੁਖ ਤੇ ਉਪਦੇਸ਼ ਉਚਾਰਾ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਉਸ ਦੇ ਹਿਰਦੇ ਨੂੰ ਤੱਕ ਕਰਕੇ ਵੀ ਆਪਣੇ ਆਪ ਨੂੰ ਸਮਰਪਣ ਕਰਨ ਆਇਆ। ਉਹਨੇ ਆਖਿਆ ਵੀ ਜੋ ਬਚਨ ਆਖੋਗੇ ਮੈਂ ਉਹੀ ਕਰਾਂਗਾ। ਇੱਕ ਬੇਨਤੀ ਇੱਥੇ ਵੀ ਆਪ ਸੰਗਤ ਦੇ ਚਰਨਾਂ ਵਿੱਚ, ਜਿਹੜਾ ਗੁਰੂ ਦੇ ਘਰ ਦਾ ਸੇਵਕ ਹੈ ਨਾ, ਉਹ ਹਰ ਵੇਲੇ ਸਤਿਗੁਰੂ ਦੀ ਆਗਿਆ ਜਾਚਦਾ ਰਹਿੰਦਾ ਹੈ, ਮੰਗਦਾ ਰਹਿੰਦਾ ਵੀ ਸਤਿਗੁਰੂ ਜੀ ਕੋਈ ਆਗਿਆ ਕਰਨ, ਕੋਈ ਵਚਨ ਕਰਨ ਤੇ ਮੈਂ ਭੱਜ ਕੇ ਦੌੜ ਕਰਕੇ ਉਸ ਸੇਵਾ ਵਿੱਚ, ਉਸ ਕਾਰਜ ਵਿੱਚ ਲੱਗ ਜਾਵਾਂ, ਮੈਂ ਉਹ ਵਚਨ ਮੰਨਾਂ। ਜਿਹਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਮਾਰੂ ਰਾਗ ਵਿੱਚ ਪਵਿੱਤਰ ਬਚਨ ਬਖਸ਼ਿਸ਼ ਕੀਤਾ ਹੈ, ਜੋ ਆਧਾਰ ਸਹਿਤ ਸ਼ਬਦ ਹੈ, ਸੇਵਕ ਕੀ ਓੜਕ ਨਿਭੀ ਪ੍ਰੀਤ, ਉਸ ਵਿੱਚ ਪਵਿੱਤਰ ਬਚਨ ਹੈ, ਜੋ ਜੋ ਹੁਕਮ ਪਇਓ ਸਾਹਿਬ ਕਾ, ਜੋ ਵੀ ਸਾਹਿਬ ਦਾ ਮਾਲਕ ਹੁਕਮ ਹੋਇਆ ਹੈ, ਤਿਸ ਤੇ ਮੁਖ ਨਹੀਂ ਮੋਰਿਓ, ਉਹਦੇ ਤੋਂ ਕਦੀ ਮੂੰਹ ਨਹੀਂ ਕਮਾਇਆ। ਸਹਿਜ ਆਨੰਦ ਰੱਖਿਓ ਗ੍ਰਹਿ ਪੀਤਦ, ਉਠ ਆਹੂੰ ਕੋ ਦੌਰਿਓ। ਗੁਰੂ ਸਾਹਿਬ ਨੇ ਹੁਕਮ ਕੀਤਾ, ਉੱਠ ਕੇ ਨਾਲ ਦੀ ਨਾਲ ਉਸ ਕੰਮ ਨੂੰ ਕਰਨ ਲੱਗ ਪਏ। ਆਨਾਕਾਨੀ ਕਰਨ ਵਾਲੇ, ਜੁਗਤਾਂ ਕਰਨ ਵਾਲੇ, ਹੋਰ ਗੱਲਾਂ ਬਣਾਉਣ ਵਾਲੇ ਕਈ ਤਰ੍ਹਾਂ ਦੀਆਂ ਦਲੀਲਾਂ ਦਿੰਦੇ ਨੇ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੀ ਸਪੁੱਤਰਾਂ ਨੂੰ ਆਖਿਆ ਵੀ ਇਹ ਭਾਂਡਾ ਜਿਹੜਾ ਹੈ ਚਿੱਕੜ ਵਿੱਚ ਡਿੱਗਿਆ, ਕੱਢ ਕੇ ਲਿਆਓ। ਇੱਕ ਆਖਣ ਲੱਗੇ ਨੇ ਕਿ ਸਤਿਗੁਰੂ ਜੀ ਪਿਤਾ ਜੀ, ਇੱਕ ਭਾਂਡਾ ਹੀ ਹੈ, ਹੋਰ ਲੈ ਆਵਾਂਗੇ, ਐਵੇਂ ਚਿੱਕੜ ਦੇ ਵਿੱਚ ਕਾਹਤੋਂ ਹੱਥ ਪੈਰ ਮਾਰੀਏ। ਦੂਜੇ ਨੂੰ ਆਖਿਆ, ਉਹਨੇ ਵੀ ਇਸ ਤਰ੍ਹਾਂ ਆਖ ਦਿੱਤਾ ਵੀ ਮੈਂ ਆਪਣੇ ਸੋਹਣੇ ਕੱਪੜੇ ਕਿਉਂ ਖਰਾਬ ਕਰਾਂ, ਭਾਂਡਾ ਹੋਰ ਲੈ ਆਵਾਂਗੇ, ਆਪਣੇ ਘਰ ਵਿੱਚ ਕਿਹੜਾ ਭਾਂਡਿਆਂ ਦੀ ਕਮੀ ਹੈ। ਪਰ ਜਦੋਂ ਭਾਈ ਲਹਿਣੇ ਵੱਲ ਸਿਰਫ ਵੇਖਿਆ ਹੀ ਹੈ, ਤੱਕਿਆ ਤੇ ਹੁਕਮ ਕੀਤਾ ਹੈ, ਤੇ ਭਾਈ ਲਹਿਣੇ ਆਪਣੇ ਸਰੀਰ ਦੇ ਸੋਹਣੇ ਚੋਲੇ ਦੀ ਪਰਵਾਹ ਕੀਤੇ ਤੋਂ ਬਿਨਾ ਉਹ ਭਾਂਡਾ ਲਿਆ ਕਰਕੇ ਧੋ ਕਰਕੇ ਸਾਫ਼ ਕਰਕੇ ਸਤਿਗੁਰੂ ਨੂੰ ਫੜਾ ਦਿੰਦੇ ਨੇ। ਉਹ ਅਸਲ ਵਿੱਚ ਇਸ ਤਰ੍ਹਾਂ ਦਾ ਇਹ ਸਿਧਾਂਤਕ ਪੱਖ ਹੈ ਕਿ ਹੁਕਮ ਮੰਨੇ ਹੈ ਹੋਵੇ ਪਰਵਾਨ, ਇੱਥੇ ਪ੍ਰਵਾਨਗੀ ਹੁਕਮ ਮੰਨਣ ਨਾਲ ਹੈ। ਤੋ ਇਹ ਸਿੱਖ ਜਿਹੜਾ ਹੈ ਉਹ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕਰਦਾ ਹੈ ਵੀ ਸਤਿਗੁਰੂ ਜੀ ਜੋ ਆਗਿਆ ਦਿਓਗੇ, ਜੋ ਬਚਨ ਕਰੋਗੇ, ਮੈਂ ਉਹਨੂੰ ਉਸੇ ਤਰ੍ਹਾਂ ਹੀ ਮੰਨਾਂਗਾ, ਉਸੇ ਤਰ੍ਹਾਂ ਕਮਾਵਾਂਗਾ। ਜੋ ਵੀ ਤੁਹਾਡਾ ਹੁਕਮ ਹੋਵੇਗਾ ਮੈਂ ਉਸੇ ਤਰ੍ਹਾਂ ਕਮਾਵਾਂਗਾ। ਧੰਨ ਗੁਰੂ ਰਾਮਦਾਸ ਮਹਾਰਾਜ ਸਾਨੂੰ ਸਭਨਾਂ ਨੂੰ ਗੁਰੂ ਕੇ ਘਰ-ਦਰ ਵਿੱਚ ਆਉਣ ਦੀ ਇੱਕ ਜੁਗਤੀ, ਇੱਥੇ ਰਹਿਣ ਦਾ ਇੱਕ ਤਰੀਕਾ ਦੱਸਦੇ ਨੇ। ਤੋ ਆਖਦੇ ਨੇ ਵੀ ਜਦੋਂ ਸਤਿਗੁਰੂ ਦੀ ਸ਼ਰਨ ਵਿੱਚ ਆਈਏ ਤੇ ਇਹ ਆਖੀਏ, ਅਬ ਹਮ ਚਲੀ ਠਾਕੁਰ ਪਹਿ ਹਾਰ, ਮੈਂ ਆਪਣੇ ਆਪ ਨੂੰ ਹਾਰ ਦਿੱਤਾ ਹੈ ਤੇ ਹੁਣ ਗੁਰੂ ਦੀ ਸ਼ਰਨ ਵਿੱਚ ਆਇਆ। ਤੇ ਗੁਰੂ ਮਿਹਰ ਜਿਵੇਂ ਦੀ ਵੀ ਕਰੇ, ਜਿਵੇਂ ਦੀ ਰਹਿਮਤ ਕਰੇ, ਮੈਂ ਆਪਣੇ ਆਪ ਨੂੰ ਇੱਥੇ ਹਾਰ ਦਿੱਤਾ ਹੈ, ਆਪਣੇ ਆਪ ਨੂੰ ਇੱਥੇ ਭੇਟਾ ਕਰ ਦਿੱਤਾ ਹੈ, ਤੇ ਹੁਣ ਰਾਖ ਪ੍ਰਭੂ ਭਾਵੇਂ ਮਾਰ, ਭਾਵੇਂ ਰੱਖੇ ਤੇ ਭਾਵੇਂ ਮਾਰੇ। ਤੋ ਇਸ ਤਰ੍ਹਾਂ ਇਸ ਭਾਈ ਮਾਲ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ ਤੇ ਬੇਨਤੀ ਕਰਕੇ ਆਖਿਆ ਵੀ ਜੋ ਵੀ ਤੁਸੀਂ ਹੁਕਮ ਕਰੋ ਮੈਂ ਉਹਨੂੰ ਉਸੇ ਤਰ੍ਹਾਂ ਮੰਨਾਂਗਾ, ਉਸੇ ਤਰ੍ਹਾਂ ਮੈਂ ਕਮਾਵਾਂਗਾ। ਪਾਠ ਸੁਨ ਕਰ ਗੁਰ ਸ਼ਬਦ ਵਿਚਾਰਾ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਬਚਨ ਕੀਤਾ ਹੈ
ਇਹਨੂੰ ਉਪਦੇਸ਼ ਦ੍ਰਿੜ ਕੀਤਾ। ਕਹਿਣ ਲੱਗੇ ਬਾਣੀ ਪੜ੍ਹਿਆ ਕਰ, ਬਾਣੀ ਸੁਣਿਆ ਕਰ ਤੇ ਉਹਦੀ ਵਿਚਾਰ ਜ਼ਰੂਰ ਕਰਿਆ ਕਰ। ਜਿਹਨੂੰ ਸ੍ਰੀ ਰਾਗ ਵਿੱਚ ਅਸੀਂ ਬਚਨ ਪੜ੍ਹਦੇ ਹਾਂ, ਪੜ੍ਹ ਬੁੱਝ ਮਨ ਵਸਾਵਣਿਆ। ਅੱਜ ਪੜ੍ਹਿਆ ਤੇ ਬਹੁਤ ਜਾ ਰਿਹਾ ਹੈ, ਪੜ੍ਹਨਾ ਸਾਡਾ ਮੁੱਢ ਹੈ, ਬੇਸ ਹੈ, ਜ਼ਰੂਰ ਪੜ੍ਹਨਾ ਹੈ, ਕਿਉਂਕਿ ਅਸੀਂ ਆਇਓ ਸੁਣਨ ਪੜ੍ਹਨ ਕਹੋ ਬਾਣੀ, ਪੜ੍ਹਨ ਵਾਸਤੇ ਆਏ ਹਾਂ। ਪਰ ਪੜ੍ਹਨ ਦੇ ਨਾਲ ਨਾਲ ਅੱਗੇ ਅਸੀਂ ਤੁਰੀਏ ਵੀ ਇਸ ਨੂੰ ਬੁੱਝੀਏ ਵੀ ਸਤਿਗੁਰੂ ਜੀ ਸਾਨੂੰ ਆਖ ਕੀ ਰਹੇ ਨੇ। ਮੇਰੇ ਵਰਗਿਆਂ ਨੇ ਬੁੱਝ ਤੇ ਲਿਆ ਵੀ ਆਖ ਕੀ ਰਹੇ ਨੇ, ਪਰ ਅਜੇ ਤੱਕ ਮੇਰਾ ਬੇੜਾ ਵੀ ਉੱਥੇ ਹੈ, ਕਿਉਂਕਿ ਮੈਂ ਉਸ ਨੂੰ ਮੰਨਿਆ ਨਹੀਂ ਹੈ, ਕਮਾਇਆ ਨਹੀਂ ਹੈ, ਅਜੇ ਸਿਰਫ ਦੂਜਿਆਂ ਨੂੰ ਸੁਣਾਉਣ ਤੇ ਲੱਗਿਆ ਹੋਇਆ। ਇਸ ਕਰਕੇ ਅਰਦਾਸ ਕਰਨੀ ਕਿ ਜੋ ਪੜ੍ਹਿਆ ਹੈ ਉਹ ਸਾਨੂੰ ਬੁੱਝਿਆ ਵੀ ਜਾਵੇ, ਸਮਝ ਵੀ ਆਵੇ, ਤੇ ਜੋ ਬੁੱਝਿਆ ਉਸ ਅਨੁਸਾਰੀ ਅਸੀਂ ਬਣ ਵੀ ਜਾਈਏ। ਤਾਂ ਭਾਈ ਜਮਾਲ ਵਾਸਤੇ ਸਤਿਗੁਰੂ ਨੇ ਉਪਦੇਸ਼ ਦਿੱਤਾ ਹੈ, ਬਾਣੀ ਪੜ੍ਹਿਆ ਕਰ, ਬਾਣੀ ਸੁਣਿਆ ਕਰ ਤੇ ਉਸ ਨੂੰ ਬੁੱਝਿਆ ਕਰ, ਸਮਝਿਆ ਕਰ, ਮਨ ਵਿੱਚ ਵਸਾਇਆ ਕਰ ਤੇ ਉਸ ਅਨੁਸਾਰੀ ਆਪਣਾ ਜੀਵਨ ਬਣਾਇਆ ਕਰ। ਅਸੀਂ ਸਾਰੇ ਗੁਰੂ ਦੇ ਦੁਆਰੇ ਤੇ ਆਏ ਹਾਂ, ਸਾਰੇ ਆਪੋ ਆਪਣੀ ਸਮਰੱਥਾ, ਆਪੋ ਆਪਣੀ ਬੁੱਧੀ ਨਾਲ ਬਾਣੀ ਪੜ੍ਹਦੇ, ਸੁਣਦੇ, ਗਾਉਂਦੇ, ਸੇਵਾ ਕਰਦੇ ਹਾਂ। ਗੁਰੂ ਰਾਮਦਾਸ ਮਹਾਰਾਜ ਆਖਦੇ ਨੇ, ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਗੁਰੂ ਮਿਹਰ ਕਰੇ, ਦਇਆ ਕਰੇ, ਸਤਿਗੁਰੂ ਦੇ ਬਚਨ ਨੂੰ ਅਸੀਂ ਸਾਰੇ ਸਤ ਕਰਕੇ ਮੰਨੀਏ। ਮੇਰੀਆਂ ਭੁੱਲਾਂ ਮੇਰੀ ਝੋਲੀ ਵਿੱਚ ਪਾ ਦੇਣੀਆਂ। ਵਿਚਾਰ ਕਰਦਿਆਂ ਸਤਿਗੁਰੂ ਨੇ ਜੋ ਰਹਿਮਤ ਕੀਤੀ ਹੈ, ਜੋ ਵਿਚਾਰ ਅਸੀਂ ਸਤਿਗੁਰੂ ਦੀ ਹਜ਼ੂਰੀ ਵਿੱਚ ਬੈਠ ਕਰਕੇ ਕੀਤੀ ਹੈ, ਅਰਦਾਸ ਕਰਨੀ ਕਿ ਸਾਡਾ ਸਭਨਾਂ ਦਾ ਜੀਵਨ ਬਣੇ। ਇਸ ਤੋਂ ਅੱਗੇ ਦਾ ਪ੍ਰਸੰਗ ਕੱਲ੍ਹ ਦੇ ਦੀਵਾਨ ਵਿੱਚ ਸਾਂਝਾ ਕਰਾਂਗੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ, ਜਿਨ੍ਹਾਂ ਨੇ ਰਹਿਮਤ ਕੀਤੀ ਹੈ। ਆਓ ਫਤਿਹ ਨਾਲ ਸਾਂਝ ਪਾਈਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਏ ਪ੍ਰਭ ਸ਼ਰਨਾਗਤੀ, ਕਿਰਪਾ ਨਿਧ ਦਇਆਲ, ਏਕ ਅਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਏਕ ਅਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।